Like the video, subscribe to the channel and press the bell icon for latest video updates. मैं कुछ स्टेजां ते गल कीती कि एक मीरी पीरी अकैडमी आ शाहबंद मारकंडा ਉਹ ਬੀਬੀ ਜਗੀਰ ਕੌਰ ਦੇ ਸਾਈਨ ਦੇ ਨਾਲ 24 ਏਕੜ ਜ਼ਮੀਨ ਬਾਦਲ ਨੂੰ ਦਿੱਤੀ ਗਈ ਲੀਜ਼ ਤੇ। ਉਹਨਾਂ ਨੇ ਆਪਣੀ ਉੱਥੇ ਟਰਸਟ ਬਣਾ ਲਿਆ ਤੇ ਉਹ ਟਰਸਟ ਜਿਹੜਾ ਉਹ ਮੀਰੀ ਪੀਰੀ ਅਕਾਦਮੀ ਦਾ ਟਰਸਟ ਆ, ਉਸ ਟਰਸਟ ਰਾਹੀਂ ਪ੍ਰਬੰਧਕ ਕਮੇਟੀ ਦਾ ਪਿਛਲੇ ਸਾਲ ਤੱਕ 69 ਕਰੋੜ ਰੁਪਇਆ ਲੱਗ ਚੁੱਕਾ ਉਸ ਜਗ੍ਹਾ ਤੇ। 69 ਕਰੋੜ ਤੇ ਕੁਛ ਉੱਪਰ ਪਰ ਉਹ ਜਦੋਂ ਆਰਟੀਆਈ ਉਹ ਜਵਾਬ ਨਹੀਂ ਸੀ ਦੇ ਰਹੇ, ਉਸ ਬੰਦੇ ਨੇ ਚੇਅਰਮੈਨ ਨੂੰ ਫਿਰ ਲਿਖਿਆ, ਚੇਅਰਮੈਨ ਨੇ ਸਖਤੀ ਨਾਲ ਕਿਹਾ ਤਾਂ ਉਹਦਾ ਜਵਾਬ ਦਿੱਤਾ। ਸੈਂਟਰ ਸਰਕਾਰ ਨੂੰ ਇਹ ਪਤਾ ਲੱਗ ਚੁੱਕਾ ਹੈ ਕਿ ਬਾਦਲ ਦੇ ਨਾਲ ਸਿੱਖ ਵੋਟ ਨਹੀਂ ਰਹੀ। ਹਾਂਜੀ ਤੋਂ ਉਹ ਕਲੰਕ ਜਿਹਾ ਨਹੀਂ ਲੈਣਾ ਚਾਹੁੰਦਾ। ਦਿੱਲੀ ਦੇ ਵਿੱਚ ਇਲੈਕਸ਼ਨਾਂ ਹੋ ਰਹੀਆਂ ਨੇ ਮਾਰਚ ਦੇ ਵਿੱਚ 5 ਸਾਲਾਂ ਬਾਅਦ, ਤੇ ਇੱਥੇ 12 ਸਾਲ ਹੋਣ ਤੋਂ ਬਾਅਦ ਨਹੀਂ ਹੋ ਰਹੀਆਂ, ਤੇ ਉਹਦੇ ਲਈ ਜਵਾਬਦੇਹ ਹੋਣਾ ਪੈਣਾ ਸੈਂਟਰ ਸਰਕਾਰ ਨੂੰ। ਸਾਡੇ ਕੋਲ ਸਭ ਤੋਂ ਵੱਡੀ ਅਥਾਰਟੀ ਅਕਾਲ ਤਖਤ ਆ। ਅਕਾਲ ਤਖਤ ਆਜ਼ਾਦ ਹੋਵੇ ਤੇ 5 ਮਿੰਟਾਂ ਦੇ ਸਾਰੇ ਮਸਲੇ ਨੇ। ਦਰਸ਼ਕੋ, ਹੁਣ ਅਸੀਂ ਤੁਹਾਡੀ ਮੁਲਾਕਾਤ ਇੱਕ ਬਹੁਤ ਹੀ ਮਾਨਯੋਗ ਸਤਿਕਾਰਤ ਸ਼ਖਸੀਅਤ ਐਕਸ ਜਥੇਦਾਰ ਅਕਾਲ ਤਖਤ ਸਾਹਿਬ ਦੇ ਸਾਹਿਬ ਗਿਆਨੀ ਰਣਜੀਤ ਸਿੰਘ ਜੀ ਨਾਲ ਤੁਹਾਡੀ ਮੁਲਾਕਾਤ ਕਰਾਵਾਂਗੇ, ਜਿਨ੍ਹਾਂ ਨੇ ਸਮਾਜ ਦੇ ਵੱਖ-ਵੱਖ ਖੇਤਰਾਂ ਵਿੱਚ ਬਹੁਤ ਰਿਸਪੈਕਟ ਕੀਤੀ ਹੈਗੀ ਆ। ਅੱਜ ਅਸੀਂ ਇਹਨਾਂ ਨਾਲ ਪੰਥਕ ਮਸਲਿਆਂ ਤੇ ਖਾਸ ਤੌਰ ਤੇ ਐਸਜੀਪੀਸੀ ਦੇ ਮਸਲਿਆਂ ਬਾਰੇ ਤੇ ਜਾਂ ਹੋਰ ਜਿਹੜੀ ਰਿਲੇਟਡ ਇਵੈਂਟਸ ਹੈਗੇ ਉਹਨਾਂ ਬਾਰੇ ਗੱਲਬਾਤ ਕਰਾਂਗੇ। ਜਥੇਦਾਰ ਜੀ, ਸਾਡੇ ਪ੍ਰੋਗਰਾਮ ਵਿੱਚ ਬਹੁਤ ਬਹੁਤ ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡੇ ਦਰਸ਼ਕਾਂ ਨੂੰ ਦੱਸੋ, ਤੁਸੀਂ ਜਥੇਦਾਰ ਅਕਾਲ ਤਖਤ ਸਾਹਿਬ ਦੇ ਕਦੋਂ ਕੁ ਰਹੇ ਹੈਗੇ, ਕਿਹਨਾਂ ਹਾਲਾਤਾਂ ਕਰਕੇ ਬਣੇ ਸੀ, ਤੇ ਉਹ ਵਾਲੀ ਜਰਨੀ ਤੋਂ ਆਪਾਂ ਸ਼ੁਰੂ ਕਰਦੇ ਹੈਗੇ। ਮੈਨੂੰ ਲੱਗਦਾ ਕਿ ਜਦੋਂ ਅਕਾਲੀ ਲੀਡਰਸ਼ਿਪ ਨੂੰ ਕੋਈ ਵੜਨ ਨਹੀਂ ਸੀ ਦਿੰਦਾ ਦਰਬਾਰ ਸਾਹਿਬ, 90 ਦੇ ਆਸ-ਪਾਸ, ਉਦੋਂ ਇਹਨਾਂ ਮੈਨੂੰ ਅਪੁਆਇੰਟ ਕੀਤਾ ਸੀ। ਤੇ ਮੈਂ ਫਿਰ 1 ਦਸੰਬਰ ਨੂੰ ਬਣਿਆ ਸੀ, ਤੇ ਜਨਵਰੀ 99 ਦੇ ਵਿੱਚ ਇਹਨਾਂ ਮੈਨੂੰ ਪਾਸੇ ਕਰਤਾ। ਹਾਂਜੀ, ਕੀ ਰੀਜ਼ਨ ਸੀ? ਸ਼ਾਰਟ ਵਿੱਚ ਦੱਸਿਓ। ਇਹ ਅੱਜ ਮੁੱਦਾ ਨਹੀਂ, ਫਿਰ ਡਿਟੇਲ ਵਿੱਚ ਫਿਰ ਗੱਲ ਕਰਾਂਗੇ। ਕੀ ਰੀਜ਼ਨ ਸੀ ਇਹਨਾਂ ਨੂੰ? ਰੀਜਨ ਪ੍ਰਕਾਸ਼ ਸਿੰਘ ਬਾਦਲ ਤੇ ਉਹਦੀ ਜਿਹੜੀ ਨੇਕ ਨੀਅਤ ਆ ਉਹਨੂੰ ਭਾਗ ਲੱਗੇ। ਉਹਦੀ ਬੁਰਸ਼ਾਗਰਦੀ ਜਿਹੜੀ ਸੀ ਉਹ ਇਸ ਕਰਕੇ ਕਿ ਅਕਾਲ ਤਖਤ ਦੇ ਉੱਤੇ ਕੋਈ ਸੁਤੰਤਰ ਕਾਰਜ ਨਾ ਹੋਵੇ, ਅਕਾਲ ਤਖਤ ਆਪਣੀ ਪ੍ਰਭੂ ਸੱਤਾ ਸੰਬੰਧ ਦੇ ਵਿੱਚ ਨਾ ਹੋਵੇ, ਇੱਥੇ ਪੰਥ ਦੇ ਗ੍ਰੰਥ ਦਾ ਸਿਧਾਂਤ ਜਿਹੜਾ ਉਹ ਅਕਾਲੀ ਲੀਡਰਸ਼ਿਪ ਦੇ ਉੱਤੇ ਨਾ ਮੰਡਰਾਵੇ, ਜਾਂ ਸਾਨੂੰ ਕਿਤੇ ਜਵਾਬਦੇਹ ਨਾ ਹੋਣਾ ਪਵੇ। ਇਹੀ ਕਾਰਨ ਸੀ। ਇਹ ਜਿਹੜਾ ਪ੍ਰੋਸੈਸ ਹੁਣ ਅਸੀਂ ਕਹਿੰਦੇ ਹੈਗੇ ਜ਼ਿਆਦਾ ਲੋਕੀ ਅਲਰਟ ਹੈਗੇ, ਉਦੋਂ ਤੋਂ ਹੀ ਸ਼ੁਰੂ ਹੋਇਆ, ਸਮਝੋ 90 ਆਨਵਰਡ ਜੀ। ਹਾਂਜੀ। ਚਲੋ, ਹੁਣ ਅਸੀਂ ਇਹ ਵਾਲੀ ਇੰਟਰਵਿਊ ਤਾਂ ਫਿਰ ਕਿਤੇ ਡਿਟੇਲ ਕਰਾਂਗੇ, ਪਰ ਜਿਹੜੀ ਮੌਜੂਦਾ ਐਸਜੀਪੀਸੀ ਵਿੱਚ ਕ੍ਰਾਈਸਿਸ ਹੈਗੇ, ਖਾਸ ਤੌਰ ਤੇ ਪਵਿੱਤਰ ਜਿਹੜੇ ਪਾਵਨ ਸਰੂਪ ਹੈਗੇ ਆ, ਕਦੀ ਕਹਿੰਦੇ 267 ਸੀ, ਕਦੀ ਕਹਿੰਦੇ ਆ ਜੀ 328 ਹੋ ਗਏ, ਫਿਰ ਕਦੀ ਕਹਿੰਦੇ ਜੀ ਨਹੀਂ ਜੀ ਉਹ ਤਾਂ ਸਾਡੇ ਕੋਲ ਹੀ ਆ ਜੀ, ਉਹ ਵਿੱਚ ਯੂ ਟਰਨ ਲੈ ਲਈ ਹੈਗੀ ਆ। ਇਹ ਘਟਨਾਕ੍ਰਮ ਮੈਂ ਹੋਰ ਵੀ ਬਹੁਤ ਸਾਰੇ ਦੋਸਤਾਂ ਨਾਲ ਗੱਲਬਾਤ ਕੀਤੀ ਹੈਗੀ ਆ। ਇੱਕ ਤਾਂ ਥੋੜੇ ਜਿਹੇ ਲੋਕੀ ਇਹਦੇ ਤੇ ਓਪਨਲੀ ਬੋਲਣੋਂ ਝਿਜਕਦੇ ਹੈਗੇ ਆ, ਤੇ ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਆ? ਕਿਉਂਕਿ ਸਾਡਾ ਪਰਪਸ ਹੈ ਲੋਕਾਂ ਨੂੰ ਸਹੀ ਇਨਫੋਰਮੇਸ਼ਨ ਦੇਣੀ। ਇਹ ਮੈਂ ਤੁਹਾਨੂੰ ਬਰੀਫਲੀ ਦੱਸ ਦਵਾਂ ਕਿ ਇਹ ਅਸਲ 'ਚ ਬਹੁਤ ਵੱਡਾ ਇੱਕ ਅਲਾਟ ਜਿਹੜਾ ਹੈ ਗੁਰੂ ਗ੍ਰੰਥ ਸਾਹਿਬ ਦੇ ਵੱਡੀ ਗਿਣਤੀ 'ਚ ਸਰੂਪ ਜਿਹੜੇ ਨੇ ਇਹ ਦੇ ਬੈਠੇ ਨੇ ਲਿਹਾਜ਼ ਦੇ ਵਿੱਚ ਕਿਸੇ ਡੇਰੇਦਾਰ ਨੂੰ। ਡੇਰੇਦਾਰ ਨੂੰ? ਹਾਂ, ਇਹ ਫਿਰ ਉਹ ਜਿਹੜੇ ਸਰੂਪ ਨੇ ਉਹ ਦੇ ਬੈਠੇ ਨੇ ਹੁਕਮ ਦੇ ਨਾਲ, ਤੇ ਉਹਨਾਂ ਪ੍ਰਬੰਧਕ ਕਮੇਟੀ ਇਹਨੂੰ ਕਿਸੇ ਖਾਤਿਆਂ 'ਚ ਨਹੀਂ ਪਾ ਪਾਈ। ਤੇ ਉਹ ਨੰਗਾ ਹੋ ਗਿਆ ਸਾਰਾ ਕੁਝ, ਤੇ ਉਹ ਕਦੀ ਤੇ ਉਹ ਕਹਿੰਦੇ ਜੀ ਸਰਕਟ ਸ਼ਾਰਟ ਹੋ ਗਿਆ, 80 ਸਰੂਪ ਉੱਥੇ ਸੜ ਗਏ, ਜਿਹੜੇ 267 ਸੀਗੇ ਉਹਨਾਂ ਚੋਂ 80 ਇੱਧਰ ਚਲੇ ਗਏ, 61 ਇੱਕ ਦਫਾ ਅਨਧਿਕਾਰ ਛਾਪੇ ਗਏ, 125 ਇੱਕ ਦਫਾ ਛਾਪੇ ਗਏ, ਉਹ ਵੀ ਇਹਨਾਂ ਦੀ ਕਰਤੂਤ ਬਾਹਰ ਆ ਗਈ। ਉਹਨੂੰ ਕਵਰ ਨਹੀਂ ਕਰ ਪਾਏ। ਅਸਲ ਗੱਲ ਇਹ ਆ ਕਿ
ਹੁਕਮ ਦੇਣ ਵਾਲਾ ਬੰਦਾ ਤੇ ਜਿੱਥੇ ਸਰੂਪ ਗਏ ਨੇ ਉਹਨਾਂ ਦਾ ਨਾਂ ਨੰਗਾ ਨਹੀਂ ਹੋ ਰਿਹਾ। ਬਾਕੀ ਵਾਲਸ਼ਾਲ ਤੇ ਇੱਧਰ ਉੱਧਰ ਜਾਲ ਵਿਛਾਈ ਜਾਂਦੇ ਨੇ। ਇੱਕ ਝੂਠ ਨੂੰ ਛੁਪਾਉਣ ਲਈ 100 ਝੂਠ ਬੋਲੀ ਜਾ ਰਹੇ ਨੇ। ਮੇਨ ਗੱਲ ਇਹ ਆ। ਅੱਛਾ ਚਲੋ, ਇਹ ਘਟਨਾਕ੍ਰਮ ਜਿੰਨਾ ਕਿ ਮੈਂ 2-4 ਪ੍ਰੋਗਰਾਮ ਕੀਤੇ ਹੈਗੇ ਆ, ਇਹ ਘਟਨਾਕ੍ਰਮ 4 ਸਾਲ ਤੋਂ ਪਿੱਛੇ ਦਾ ਹੈਗਾ। ਮੈਂ ਸੁਖਦੇਵ ਸਿੰਘ ਕੌਰ ਜਿਹੜੇ ਸਾਬਕਾ ਸਕੱਤਰ ਹੈਗੇ ਆ SGPC ਦੇ, ਮੈਂ ਉਹਨਾਂ ਦਾ ਵੀ ਇੰਟਰਵਿਊ ਕੀਤਾ ਹੈਗਾ। ਮੈਂ ਉਹਨਾਂ ਨੂੰ ਕਿਹਾ ਵੀ ਇਹ ਹਰ ਸਾਲ ਇੱਕ ਆਡਿਟ ਹੁੰਦਾ ਹੈਗਾ, ਤੁਸੀਂ ਵੀ ਸਾਰਾ ਸਮਝਦੇ ਹੈਗੇ। ਸਰਕਾਰੀ ਮਹਿਕਮੇ ਦਾ ਹੁੰਦਾ, SGPC ਦਾ ਵੀ ਜਿੱਥੇ ਪਤਾ ਲੱਗ ਜਾਂਦਾ ਹੈਗਾ ਆਡਿਟ ਵਿੱਚ ਕਿਸੇ ਨੇ ਕੋਈ ਛੋਟੀ ਮੋਟੀ ਗੜਬੜੀ ਕੀਤੀ ਹੈਗੀ। ਇਹ 4 ਸਾਲ ਤੋਂ ਆਡਿਟ ਨਹੀਂ ਹੋਇਆ, ਜਾਂ ਕਿ ਜਿਹੜੀ ਸੀਨੀਅਰ ਲੀਡਰਸ਼ਿਪ ਜਾਣਬੁੱਝ ਕੇ ਅੱਖਾਂ ਬੰਦ ਕਰਕੇ ਰਹੀ। ਇਹਦੇ ਬਾਰੇ ਕੀ ਕਹਿਣਾ ਚਾਹੁੰਦੇ? ਦੇਖੋ, ਇੱਕ ਤਾਂ ਇਹ ਜਿਹੜਾ ਅੱਜ ਬਹਾਨਾ ਬਣਾ ਰਿਹਾ ਨਾ ਕਿ ਇਹ ਮੈਨੇਜਰ ਸਰੂਪ ਲੈ ਗਿਆ ਪੰਜਾਬ ਤੋਂ ਬਾਹਰ, ਉਹਨੇ ਪੈਸੇ ਜਮ੍ਹਾਂ ਨਹੀਂ ਕਰਾਏ, ਉਹਨੂੰ 9 ਲੱਖ ਪੈ ਗਏ, ਇਹ ਸਭ ਗੱਲਾਂ ਨੇ। ਇਹਨਾਂ ਦੇ ਵਿੱਚ ਕੋਈ ਤੱਤ ਨਹੀਂ। ਅਸਲ 'ਚ ਜਦੋਂ ਵੀ ਸਰੂਪ ਬਾਹਰ ਜਾਂਦੇ ਨੇ, ਉਹ ਜਦੋਂ ਬਾਹਰ ਜਾਂਦੇ ਨੇ ਉਹਨਾਂ ਦੀ ਰਕਮ ਖਜ਼ਾਨੇ 'ਚ ਜਮ੍ਹਾਂ ਹੁੰਦੀ ਹੈ। ਜੇ ਨਾ ਹੋਵੇ ਤੇ ਨਾ ਹੋਵੇ ਤੇ ਮਹੀਨਾ, 2 ਮਹੀਨੇ, 10 ਮਹੀਨੇ, 1 ਸਾਲ ਬਾਅਦ ਤੇ ਉਹ ਨੰਗਾ ਹੁੰਦਾ ਹੀ ਹੁੰਦਾ। ਤੇ 4-5 ਸਾਲ ਕਿਉਂ ਨਹੀਂ ਨੰਗਾ ਹੋਇਆ? 8 ਲੱਖ ਰੁਪਇਆ ਇੱਕ CA ਨੂੰ ਤਨਖਾਹ ਦੇ ਰਹੇ ਨੇ, ਉਹ ਕਾਹਦੀ ਦੇ ਰਹੇ ਨੇ? ਉਹਨੇ ਕੀ ਆਡਿਟ ਕੀਤਾ? ਫਿਰ ਇੱਕ ਸਾਡੇ ਕੋਲ ਇੱਕ ਪ੍ਰੂਫ ਆ, ਇੱਕ ਚਿੱਠੀ ਆ, ਜਿਹੜਾ ਸਰਕਾਰੀ ਬੰਦਾ ਆਡਿਟ ਕਰਨ ਆਇਆ ਇਹ ਆਪਣੇ 3-4 ਸਾਲ ਪਹਿਲਾਂ, ਉਹਨੇ ਵੀ ਇਹ ਲੌਂਗੋਵਾਲ ਨੂੰ ਸਵਾਲ ਕੀਤੇ ਕਿ ਜਿਹੜਾ ਤੁਸੀਂ CA ਰੱਖਿਆ ਹੈ ਇਹ ਕਿਸ ਤਰੀਕੇ ਨਾਲ ਰੱਖਿਆ, ਇਹਨੂੰ ਤਨਖਾਹ ਕਿੰਨੀ ਦਿੰਦੇ ਹੋ, ਇਹਦੇ ਵੇਰਵੇ ਦਿਓ। ਇਹਨਾਂ ਕੋਈ ਉਹਨੂੰ ਜਵਾਬ ਨਹੀਂ ਦਿੱਤਾ। ਉਹ ਫਿਰ ਹਾਰ ਕੇ ਉਹ ਛੱਡ ਗਿਆ ਵਿੱਚੇ। ਦੇਖੋ, SGPC ਦੇ ਜਿਹੜੇ ਮੁਲਾਜ਼ਮ ਹੈਗੇ ਜਾਂ ਜਿਹੜੇ ਆਫਿਸਰ ਵਗੈਰਾ ਜਾਂ ਸੀਨੀਅਰ ਅਹੁਦੇਦਾਰ ਹੈਗੇ ਆ, ਉਹ ਨੈਚੁਰਲੀ ਵੀ ਹੋ ਜਾਂਦਾ। ਕੋਈ SGPC ਦੇ ਜਿਹੜੇ ਸੀਨੀਅਰ ਬੰਦਿਆਂ ਵਿੱਚੋਂ, ਅਫਸਰਾਂ ਵਿੱਚੋਂ ਕੋਈ ਇਦਾਂ ਦੇ ਹੈ ਨਹੀਂ ਸੀ ਕਿ ਜਿਹੜਾ ਇਹਨੂੰ ਆਡਿਟ ਕਰ ਸਕੇ? ਜਿਹੜਾ ਕੋਹਲੀ ਸਾਹਿਬ ਦੀ ਕਿਉਂ ਲੋੜ ਪਈ ਹੈਗੀ ਇੰਨੇ ਜ਼ਿਆਦਾ ਪੈਸੇ ਦੇਣ ਤੇ? ਕੋਹਲੀ ਸਾਹਿਬ ਦੀ ਇਸ ਕਰਕੇ ਲੋੜ ਪਈ, ਲੋੜ ਕਮੇਟੀ ਨੂੰ ਜਾਂ ਗੁਰੂ ਰਾਮਦਾਸ ਜੀ ਦਰ ਨੂੰ ਨਹੀਂ ਸੀ, ਉਹਦੀ ਲੋੜ ਸੀ ਪ੍ਰਕਾਸ਼ ਸਿੰਘ ਬਾਦਲ ਦੇ ਪਰਿਵਾਰ ਨੂੰ। ਉਹ ਬੱਸਾਂ ਦੀ ਆਡਿਟ ਕਰਦਾ ਸੀ, ਆਰਬਿਟ ਬੱਸਾਂ ਦਾ ਆਡਿਟ ਉਹਨਾਂ ਦਾ ਕਰਦਾ ਸੀ, ਕਾਲੀ ਕਮਾਈ ਉਹਦੀ ਚਿੱਠੀ ਕਰਦਾ ਸੀ ਤੇ ਪੈਸੇ ਲੈਂਦਾ ਸੀ ਪ੍ਰਬੰਧਕ ਕਮੇਟੀ ਤੋਂ। ਅਸਲ ਕਹਾਣੀ ਇਹ ਆ, ਪੈਸਾ ਇੱਧਰੋਂ ਦਿੰਦਾ ਸੀ, ਕੰਮ ਇੱਧਰ ਵੀ ਕਰਦਾ ਸੀ ਤੇ ਉੱਧਰਲਾ ਵੀ ਕਰਦਾ ਸੀ। ਇਹ ਕੁਦਰਤੀ ਆ। ਤਕਰੀਬਨ ਪ੍ਰਬੰਧਕ ਕਮੇਟੀ ਦੇ ਵਿੱਚ ਤਕਰੀਬਨ 350 ਤੋਂ 400 ਮੁਲਾਜ਼ਮ ਨੇ, ਜਿਹੜੇ ਅਕਾਲੀ ਲੀਡਰਾਂ ਦੇ ਘਰਾਂ 'ਚ ਕੋਈ ਗਨਮੈਨ ਆ, ਕੋਈ ਸੇਵਾਦਾਰ ਆ, ਕੋਈ ਲਾਂਗਰੀ ਆ, ਕੋਈ ਡਰਾਈਵਰ ਆ, ਤੇ ਇਹ ਤਨਖਾਹ ਲੈਂਦੇ ਨੇ ਗੁਰੂ ਰਾਮਦਾਸ ਦੇ ਖਜ਼ਾਨੇ 'ਚੋਂ ਤੇ ਕੰਮ ਕਰਦੇ ਨੇ ਅਕਾਲੀ ਲੀਡਰਾਂ ਦੇ ਘਰਾਂ 'ਚ। ਇਹਨਾਂ ਦੀ ਗਿਣਤੀ 350 ਤੋਂ 400 ਦੇ ਕਰੀਬ ਹੈ। ਅੱਛਾ, ਅਜੇ ਮਤਲਬ ਇੰਨੀ ਗਿਣਤੀ ਹੈਗੀ ਆ? ਕੁਛ ਸੱਦੇ ਨੇ ਹੁਣ ਥੋੜੇ ਦਿਨ, ਜਦੋਂ ਮੈਂ ਰੌਲਾ ਪਾਇਆ, ਕੁਛ ਸੱਦੇ ਨੇ ਜਦੋਂ ਦਾ ਮੈਂ ਇਹ ਪ੍ਰਚਾਰ ਕੀਤਾ, ਕੁਛ ਵਾਪਸ ਸੱਦੇ ਨੇ ਤੇ ਮੈਨੂੰ ਜਾਣਕਾਰੀ ਵੀ ਮਿਲੀ ਆ। ਬਾਕੀ ਇਹ ਐਸ਼ ਪ੍ਰਸਤੀ ਹੋ ਰਹੀ ਆ ਪ੍ਰਬੰਧਕ ਕਮੇਟੀ ਦੇ ਪੈਸੇ ਤੇ, ਉਹਨਾਂ ਦੀਆਂ ਜ਼ਮੀਨਾਂ ਤੇ, ਉਹਨਾਂ ਗੁਰੂ ਘਰਾਂ ਤੇ। ਇਹ ਲੀਡਰ ਜਿਹੜੇ ਨਰੈਣੂ ਮਹੰਤ, ਉਹਨੂੰ ਵੀ ਪਿੱਛੇ ਛੱਡ ਗਏ। ਇਹ ਬੜੀ ਹੈਰਾਨੀ ਦੀ ਗੱਲ ਆ। ਦੇਖੋ, ਕਾਰਪੋਰੇਟ ਜਾਂ ਸਰਕਾਰੀ ਮਹਿਕਮਿਆਂ ਵਿੱਚ ਤਾਂ ਸਰਕਾਰ ਦਾ ਪਿਛਲਾ ਪੈਸਾ ਹੁੰਦਾ, ਇਸ ਕਰਕੇ ਅਫਸਰ ਕਈ ਵਾਰੀ ਅਕਸਰ ਲੈ ਵਿੱਚ ਖਰਚਾ ਵੀ ਕਰਦੇ ਹੈਗੇ, ਪਰ ਇਹਦੇ ਵਿੱਚ ਸਾਰਾ ਪੈਸਾ ਸ਼ਰਧਾਲੂਆਂ ਦਾ। ਕੋਈ 5 ਰੁਪਏ ਸਾਡੇ ਇੱਕ ਦਾ, ਕੋਈ 10 ਰੁਪਏ, ਕੋਈ 50 ਰੁਪਏ, 100 ਰੁਪਏ ਦੀ ਆਪਣੀ ਸ਼ਰਧਾ ਜਾਂ ਹਿੰਮਤ ਹੈਗੀ ਆ। ਉਸ ਪੈਸੇ ਨੂੰ ਮਤਲਬ ਗੁਰੂ ਰਾਮਦਾਸ ਦੀ ਗੋਲਕ ਨੂੰ ਇਸ ਤਰੀਕੇ ਨਾਲ, ਲੈਵਿਸ਼ ਤਰੀਕੇ ਨਾਲ ਖਰਚਣਾ, ਇਹ ਤਾਂ ਇੱਕ ਬਹੁਤ ਵੱਡੀ ਮਤਲਬ ਕੀ ਕਹਾਂ ਪਾਪ ਹੈਗਾ। ਇਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ? ਦੇਖੋ, ਪਾਪ ਜਿਹੜਾ ਉਹ ਜਗਜ਼ਾਰ ਹੋ ਚੁੱਕਾ ਹੈ। ਤੁਸੀਂ ਕਦੀ ਇਹਨੂੰ ਹਜਮ ਕਰ ਸਕਦੇ ਹੋ ਇਸ ਗੱਲ ਨੂੰ ਕਿ ਇੱਕ ਸ਼ਾਮਿਆਨਾ 12 ਕਰੋੜ ਦਾ ਲੱਗੂਗਾ? ਉਹ ਲੱਗਾ, ਉਹਦਾ ਬਿੱਲ ਦਿੱਤਾ ਗਿਆ, ਉਹਦਾ ਬਿੱਲ ਦਿੱਤਾ ਗਿਆ। ਔਰ ਜਦੋਂ ਤੋਂ ਵੀ ਇਹ ਪ੍ਰਬੰਧਕ ਕਮੇਟੀ ਬਣੀ ਹੈ, ਖਾਸ ਕਰਕੇ ਜਦੋਂ ਤੋਂ ਬਾਦਲ ਦੇ ਹੱਥ 'ਚ ਆਈ ਆ, 30 ਸਾਲ ਹੋ ਗਏ ਆ, ਕਿਸੇ ਵੀ ਸਕੂਲ ਦਾ ਹਾਲ ਦੇਖ ਲਓ, ਕਿਸੇ ਵੀ ਕਾਲਜ ਦਾ ਹਾਲ ਦੇਖ ਲਓ, ਕਿਸੇ ਵੀ ਹਸਪੀਟਲ ਦਾ ਹਾਲ ਦੇਖ ਲਓ। ਇੱਕੋ ਹੀ ਇੱਕ ਹਸਪੀਟਲ ਹੈ, ਗੁਰੂ ਰਾਮਦਾਸ ਹਸਪੀਟਲ,
ਉਹ ਜੋ ਕੁਛ ਕਿਸ ਤਰ੍ਹਾਂ ਦੀ ਸੇਵਾ ਹੋ ਰਹੀ ਆ ਉੱਥੇ, ਉਹ ਗੁਰੂ ਰਾਮਦਾਸ ਜੀ ਦੇ ਨਾਂ ਤੇ ਕਲੰਕ ਬਣੇ ਹੋਏ ਨੇ ਲੋਕ। ਤੇ 4-4 ਮਹੀਨਿਆਂ ਤੋਂ ਕਾਲਜਾਂ ਦੀਆਂ ਤਨਖਾਹਾਂ ਨਹੀਂ ਦਿੱਤੀਆਂ ਗਈਆਂ ਪ੍ਰੋਫੈਸਰਾਂ ਦੀਆਂ। ਬੰਦਾ ਸਿੰਘ ਬਹਾਦਰ ਇੰਜੀਨੀਅਰ ਕਾਲਜ ਦੇ 4-4 ਮਹੀਨਿਆਂ ਦੀ ਤਨਖਾਹ ਨਹੀਂ ਦਿੱਤੀ ਗਈ। ਜਿਹਦੀ 75,000 ਹੈ ਉਹਨੂੰ 25,000 ਦੇ ਦਿੰਦੇ ਨੇ, ਜਿਹਦੀ 25,000 ਹੈ ਉਹਨੂੰ 5,000 ਦੇ ਦਿੰਦੇ ਨੇ। ਜਿਹੜੀ ਯੂਨੀਵਰਸਿਟੀ ਗੁਰੂ ਗ੍ਰੰਥ ਸਾਹਿਬ ਯੂਨੀਵਰਸਿਟੀ ਆ, ਉਹ 'ਚ ਤੇ ਨਰੋਲ ਜਿਸ ਤਰ੍ਹਾਂ ਇਹਨਾਂ ਨੇ ਇਹਨਾਂ ਦਾ ਬਾਦਲ ਦਾ ਬੁੱਧੀਜੀਵੀ ਸੀ ਇੱਕ ਆਹਲੂਵਾਲੀਆ, ਜਸਵੀਰ ਸਿੰਘ ਆਹਲੂਵਾਲੀਆ, ਉਸ ਬੰਦੇ ਨੇ ਜਿੰਨੀ ਖੇ ਉਡਾਈ ਆ, ਜਿੰਨਾ ਪੈਸਾ ਕੈਸ਼ ਉੱਥੇ ਲਿਜਾ ਕੇ ਵਰਤਿਆ, ਉਹ ਮੈਂ ਹੈਰਾਨ ਆ ਕਿ ਪਤਾ ਨਹੀਂ ਕਿਉਂ ਇਹਨਾਂ ਨੇ ਛੂਟ ਦਿੱਤੀ ਇੰਨੀ। ਤੇ ਇਹ ਕਿਸ ਤਰ੍ਹਾਂ ਇਹਨਾਂ ਨੇ ਪੈਸੇ, ਉਹ ਅੱਜ ਯੂਨੀਵਰਸਿਟੀ ਬੰਦ ਪਈ ਹੋਈ ਹੈ। ਅੱਛਾ। ਹਾਂਜੀ। ਇੱਥੇ ਇੱਕ ਦੋ ਗੱਲਾਂ ਹੋਰ ਹੈਗੀਆਂ। ਦੇਖੋ, ਜਿਹੜੇ ਤੁਹਾਡੇ ਵਰਗੇ ਸੱਜਣ ਹੈਗੇ ਜਿਹੜੇ ਕਿ ਵਾਕਿਆ ਹੀ ਪੰਥ ਦੀ ਚੜ੍ਹਦੀ ਕਲਾ ਜਾਂ ਇਸ ਤਰ੍ਹਾਂ ਦੀ ਇੰਸਟੀਟਿਊਸ਼ਨ ਦੀ ਦੇਖਣਾ ਚਾਹੁੰਦੇ, ਅੱਜ ਦੀ ਵੀ ਮੈਂ ਤੁਹਾਡੀ ਉਹ ਵੀਡੀਓ ਦੇਖੀ ਸੀ ਜਿਹਦੇ ਵਿੱਚ ਉਹਨਾਂ ਨੇ ਕਿਹਾ ਇਹ ਗੁਰੂ ਮਹਾਰਾਜ ਦਾ ਪਰਿਵਾਰ ਹੈਗਾ, ਇਹਦੇ ਵਿੱਚ ਸਾਰੀ ਇਨਫੋਰਮੇਸ਼ਨ ਮਿਲਣੀ ਚਾਹੀਦੀ ਹੈਗੀ ਆ। ਜੀ। ਇਹ ਵਿੱਚ ਮਤਲਬ RTI ਦੀ ਪ੍ਰੋਵੀਜ਼ਨ ਵੀ ਹੈਗੇ, ਜਿਨ੍ਹਾਂ ਲੋਕਾਂ ਨੂੰ ਇਹ ਫੀਲ ਹੁੰਦਾ ਵੀ ਇੱਥੇ ਸਾਨੂੰ ਲੱਗਦਾ ਹੈ ਪੈਸਾ ਗਲਤ ਤਰੀਕੇ ਨਾਲ ਇਸਤੇਮਾਲ ਹੋ ਰਿਹਾ ਹੈਗਾ। ਤੁਸੀਂ ਲੋਕਾਂ ਨੇ RTI ਦਾ ਸਹਾਰਾ ਕਿਉਂ ਨਹੀਂ ਲਿਆ ਹੈਗਾ? ਅੱਜ ਕੱਲ੍ਹ RTI ਵਿੱਚ ਤਾਂ ਜਿੱਥੇ ਮਰਜ਼ੀ ਇੰਸਟੀਟਿਊਸ਼ਨ ਦੀ, ਕਿਉਂਕਿ ਜਿਹੜੀ SCPC RTI ਦੇ ਅਧਿਕਾਰ ਥੱਲੇ ਆਉਂਦੀ ਹੈਗੀ, ਉਹਦੇ ਵਿੱਚ ਜਿਹੜੀ ਮਰਜ਼ੀ ਇਹਨਾਂ ਤੋਂ ਇਨਫੋਰਮੇਸ਼ਨ ਲਓ, ਜਦੋਂ ਮਰਜ਼ੀ ਲਓ। ਦੇਖੋ, ਇੱਕ ਤਾਂ ਜਿਹੜੀ ਸਾਡੀ ਸੰਸਥਾ ਹੈ ਪ੍ਰਬੰਧਕ ਕਮੇਟੀ, ਉਹ ਜਦੋਂ ਕੋਈ ਹਿਸਾਬ ਦੇਣਾ ਹੁੰਦਾ ਉਦੋਂ ਬਣ ਜਾਂਦੀ ਰੱਬ ਦਾ ਰੂਪ। ਇੱਥੇ ਕੋਈ ਨਹੀਂ ਐਕਸ਼ਨ ਲੈ ਸਕਦਾ, ਇੱਥੇ ਕੋਈ ਜਵਾਬਦੇਹੀ ਨਹੀਂ। ਤੁਸੀਂ 20,000 ਏਕੜ ਜ਼ਮੀਨਾਂ ਨੇ ਸਾਡੀਆਂ, ਤੁਸੀਂ RTI ਪਾ ਕੇ ਤੇ ਮੈਨੂੰ ਉਹਦਾ ਹਿਸਾਬ ਲੈ ਦਿਓ ਕਿੰਨਾ ਠੇਕਾ ਆਉਂਦਾ ਉਹਦਾ ਸਾਲ ਦਾ। ਜੇ ਤੁਸੀਂ ਲੈ ਸਕਦੇ ਹੋ ਤੇ ਮੈਨੂੰ ਲੈ ਕੇ ਦਿਖਾ ਦਿਓ। ਇੱਕ ਸਿੱਖ ਨੇ ਇਹ ਮੈਂ ਕੁਛ ਸਟੇਜਾਂ ਤੇ ਗੱਲ ਕੀਤੀ ਕਿ ਇੱਕ ਮੀਰੀ ਪੀਰੀ ਅਕੈਡਮੀ ਆ, ਸ਼ਾਹਬੰਦ ਮਾਰਕੰਡਾ, ਉਹ ਬੀਬੀ ਜਗੀਰ ਕੌਰ ਦੇ ਸਾਈਨ ਦੇ ਨਾਲ 24 ਏਕੜ ਜ਼ਮੀਨ ਬਾਦਲ ਨੂੰ ਦਿੱਤੀ ਗਈ ਲੀਜ਼ ਤੇ। ਉਹਨਾਂ ਨੇ ਆਪਣੀ ਉੱਥੇ ਟਰਸਟ ਬਣਾ ਲਿਆ ਤੇ ਉਹ ਟਰਸਟ ਜਿਹੜਾ ਉਹ ਮੀਰੀ ਪੀਰੀ ਅਕਾਦਮੀ ਦਾ ਟਰਸਟ ਆ, ਉਸ ਟਰਸਟ ਰਾਹੀਂ ਪ੍ਰਬੰਧਕ ਕਮੇਟੀ ਦਾ ਪਿਛਲੇ ਸਾਲ ਤੱਕ 69 ਕਰੋੜ ਰੁਪਇਆ ਲੱਗ ਚੁੱਕਾ ਉਸ ਜਗ੍ਹਾ ਤੇ। 69 ਕਰੋੜ ਤੇ ਕੁਛ ਉੱਪਰ। ਪਰ ਉਹ ਜਦੋਂ RTI ਉਹ ਜਵਾਬ ਨਹੀਂ ਸੀ ਦੇ ਰਹੇ, ਉਸ ਬੰਦੇ ਨੇ ਚੇਅਰਮੈਨ ਨੂੰ ਫਿਰ ਲਿਖਿਆ, ਚੇਅਰਮੈਨ ਨੇ ਸਖਤੀ ਨਾਲ ਕਿਹਾ, ਤਾਂ ਉਹਦਾ ਜਵਾਬ ਦਿੱਤਾ ਪਿਛਲੇ ਸਾਲ। ਇੱਕ ਸਿੱਖ ਨੂੰ, ਮਾਨਸਾ ਦਾ ਸਿੱਖ ਆ, ਉਹਨੂੰ ਜਵਾਬ ਦਿੱਤਾ ਕਿ ਅਸੀਂ ਪ੍ਰਬੰਧਕ ਕਮੇਟੀ ਵੱਲੋਂ ਉਸ ਅਕੈਡਮੀ 'ਚ 69 ਕਰੋੜ ਰੁਪਇਆ ਤੇ ਕੁਛ ਲੱਖ ਰੁਪਇਆ ਲਾ ਚੁੱਕੇ ਆ ਪਿਛਲੇ ਸਾਲ ਤੱਕ। ਉਹ 69 ਕਰੋੜ ਰੁਪਇਆ ਤੇ ਜ਼ਮੀਨ ਤੇ ਹੈਗੀ ਗੁਰੂ ਦੀ, ਤੇ ਮਾਲਕ ਉਹਦਾ ਬਾਦਲ ਆ। ਬਾਦਲ ਮਾਲਕ ਇਸ ਕਰਕੇ ਕਿਉਂਕਿ ਲੀਜ਼ ਤੇ ਲਈ ਹੈ ਜ਼ਮੀਨ ਉਹਨਾਂ 24 ਏਕੜ। ਕਮੇਟੀ ਨੇ ਲੀਜ਼ ਤੇ ਦਿੱਤੀ ਹੋਈ ਆ, ਕਾਨੂੰਨੀ ਤੌਰ ਤੇ ਵੀ ਉਹ ਠੀਕ ਬਣ ਗਿਆ। ਹੁਣ ਪੈਸਾ ਗੁਰੂ ਦਾ, ਜ਼ਮੀਨ ਗੁਰੂ ਦੀ, ਮਾਲਕ ਬਾਦਲ ਆ। ਇਹ ਸਾਡੀ ਪ੍ਰਬੰਧਕ ਕਮੇਟੀ 'ਚ ਟਰਸਟਾਂ ਦਾ ਇਹ ਹਾਲ ਆ। ਪ੍ਰਬੰਧਕ ਕਮੇਟੀ 'ਚ ਇੱਕ ਤੇ ਟਰਸਟ ਨੇ, ਇੱਕ ਵਿਦਿਅਕ ਅਦਾਰੇ ਨੇ, ਇੱਕ ਪ੍ਰਬੰਧਕ ਕਮੇਟੀ ਆਪ ਆ। ਪ੍ਰਬੰਧਕ ਕਮੇਟੀ ਤੇ ਵਿਦਿਅਕ ਅਦਾਰੇ ਜਿਹੜੇ ਨੇ, ਇਹ ਪ੍ਰਬੰਧਕ ਕਮੇਟੀ ਜਿਹੜੀ ਆ ਇਹ ਨਰੋਲ ਪੈਸਾ ਇਕੱਠਾ ਕਰਨ ਤੇ ਦਾਨ ਦੇਣ ਤੇ ਆ। ਹੁਣ ਬਾਦਲ ਨੂੰ ਜਦੋਂ ਲੱਗਾ ਕਿ ਮੈਂ ਪੈਸੇ ਖਿੱਚਣੇ, ਤੇ ਉਹ ਲਿਖ ਕੇ ਦੇ ਦੂਗਾ ਜੀ ਮੀਰੀ ਪੀਰੀ ਅਕਾਡਮੀ ਘਾਟੇ ਜਾ ਰਹੀ, ਦਰਬਾਰ ਸਾਹਿਬ ਦੇ ਖਾਤੇ 'ਚੋਂ 2 ਕਰੋੜ ਰੁਪਇਆ ਭੇਜ ਦਿੱਤਾ ਜਾਵੇ। ਪ੍ਰਬੰਧਕ ਕਮੇਟੀ ਕਿਰਪਾ ਕਰਕੇ ਭੇਜ ਦਊਗੀ, ਉਹ 2 ਕਰੋੜ ਹਜਮ ਹੋ ਜਾਊਗਾ। ਜਿਹੜੇ NRI ਦੇ ਪੈਸੇ ਆਉਣਗੇ ਉਹ ਜੇਬ 'ਚ ਪੈ ਜਾਣਗੇ। ਦਿਖਾਵੇ ਲਈ ਇਹ ਗੁਰੂ ਦੀ, ਲੇਕਿਨ ਇਹਦਾ ਅਸਲੀ ਮਾਲਕ ਪ੍ਰਕਾਸ਼ ਸਿੰਘ ਬਾਦਲ। ਜਿਹੜੀ RTI ਤੁਸੀਂ ਕਹਿੰਦੇ ਨਾ, ਇਹਦਾ ਰਿਪੋਰਟ ਸਾਨੂੰ ਮਿਲਦੀ ਨਹੀਂ, ਜ਼ਮੀਨਾਂ ਦੀ ਤੇ ਅੱਜ ਤੱਕ ਨਹੀਂ ਮਿਲੀ। ਨਹੀਂ, ਵੈਸੇ ਤੁਸੀਂ ਕਿਸੇ ਅੱਛੇ ਵਕੀਲ ਨੂੰ ਮੇਰੀ ਸਲਾਹ ਹੈਗੀ ਇੰਗੇਜ ਕਰੋਗੇ ਤੇ ਉਹ ਤੁਹਾਨੂੰ ਜੋ ਡਿਜ਼ਾਇਰਡ ਇਨਫੋਰਮੇਸ਼ਨ ਹੈਗੀ ਆ, ਕਿਉਂਕਿ ਕਈ ਵਾਰੀ ਇਹ ਜਿਹੜੇ ਸਰਕਾਰੀ ਮਹਿਕਮਿਆਂ ਵਿੱਚ ਜਿਹੜੇ ਐਡਮਿਟ ਅਫਸਰ ਹੁੰਦੇ ਆ ਨਾ, ਗੋਲ ਮੋਲ ਇੱਧਰੋਂ ਉੱਧਰੋਂ ਕਰਕੇ ਦਿੰਦੇ ਰਹਿੰਦੇ ਆ, ਲੇਕਿਨ ਜਦੋਂ ਉਹਨਾਂ ਦੇ ਜੇ ਨਹੀਂ ਦੇਵੇ, ਉਹਦੇ ਉੱਪਰ ਅਥਾਰਟੀ ਹੈਗੀ ਆ, ਫਿਰ ਜਿਹੜੇ ਉੱਪਰ ਅਥਾਰਟੀ ਹੈਗੀ ਆ ਜਿਹੜੀ ਆ ਫਾਈਨਲ ਆਰਡਰ ਕਰਦੀ ਹੈਗੀ। ਔਰ RTI ਵਿੱਚ ਤੁਸੀਂ ਇਨਫੋਰਮੇਸ਼ਨ ਨਹੀਂ ਲੈ, ਤੁਸੀਂ ਸਾਰੀਆਂ ਬੁੱਕਸ ਪਰਸਨਲੀ ਵੀ ਦੇਖ ਸਕਦੇ ਹੋ। ਉਹਨੂੰ ਕਹਾ ਜੀ ਮੈਨੂੰ ਦਿਖਾਓ, ਮੈਨੂੰ 2 ਘੰਟੇ, ਮੈਨੂੰ ਸਾਰੀਆਂ ਜਿੰਨੀਆਂ ਬੁੱਕਸ ਹੈਗੀਆਂ। ਚਲੋ ਖੈਰ RTI ਦਾ ਵਿਸ਼ਾ ਅਲੱਗ ਹੈਗਾ। ਇਹ ਤੋਂ ਇਲਾਵਾ ਮੈਨੂੰ 1-2 ਗੱਲਾਂ
ਹੋਰ ਦੱਸੋ, ਜੇ ਤੁਸੀਂ ਇਹ ਫੀਲ ਕਰਦੇ ਹੋ ਐਸਜੀਪੀਸੀ ਵਿੱਚ ਇਸ ਹਿਸਾਬ ਨਾਲ ਇਹ ਪੈਸੇ ਦੀ ਬੰਗਲਿੰਗ ਹੁੰਦੀ ਹੈਗੀ ਆ ਜਾਂ ਸਹੀ ਜਿਹੜੀ ਟਰਾਂਸਪੇਰੈਂਸੀ ਨਹੀਂ ਹੈਗੀ, ਤੇ ਤੁਸੀਂ ਕੁਝ ਲੋਕ ਜਿਹੜੇ ਚਾਹੁੰਦੇ ਹੋ ਵੀ ਇਹਦੇ ਵਿੱਚ ਸਾਫ ਸੁਥਰਾ ਪ੍ਰਸ਼ਾਸਨ ਆਵੇ, ਤੇ ਇਹਦੇ ਲਈ ਕੋਈ ਰਲ ਕੇ ਕੋਈ ਇਦਾਂ ਦੀ ਵਿਉਂਤਬੰਦੀ ਕਰੋ, ਇਲੈਕਸ਼ਨ ਲੜੋ, ਕਿਉਂਕਿ ਬਾਦਲ ਸਾਹਿਬ ਕਹਿੰਦੇ ਆ ਅਸੀਂ ਇਲੈਕਸ਼ਨ ਲੜ ਕੇ ਆਉਣੇ ਹੈਗੇ ਆ, ਕੋਈ ਉਸ ਪ੍ਰੋਸੈਸ ਨੂੰ ਇਦਾਂ ਫੋਲੋ ਕਰੋ ਤਾਂ ਕਿ ਤੁਹਾਡੇ ਕੈਂਡੀਡੇਟਸ ਵੀ ਅੱਗੇ ਆ ਜਾਣ। ਇਹਦੇ ਬਾਰੇ ਕੀ ਵਿਚਾਰ ਆ? ਇੱਕ ਤਾਂ ਭਾਈ ਸਾਹਿਬ ਜਿਹੜਾ ਅੱਜ ਤੱਕ ਇਲੈਕਸ਼ਨ ਦਾ ਰਿਕਾਰਡ ਆ, ਕਦੀ 18 ਸਾਲ ਬਾਅਦ, ਕਦੀ 12 ਸਾਲ ਤੇ ਹੁਣ ਹੋ ਚੁੱਕੇ ਆ। ਇਹ ਇਲੈਕਸ਼ਨ ਉਦੋਂ ਹੁੰਦੇ ਨੇ ਜਦੋਂ ਬਾਦਲ ਤੇ ਸੈਂਟਰ ਸਰਕਾਰ ਮਿਹਰਬਾਨ ਹੋ ਜਾਣ। ਬਿਲਕੁਲ, ਹਾਂ, ਇਹ ਗੱਲਾਂ ਜਦੋਂ ਮਿਹਰਬਾਨ ਹੁੰਦੀਆਂ ਨੇ, ਇਲੈਕਸ਼ਨ ਕਮਿਸ਼ਨ ਲੱਗਦਾ ਬਾਦਲ ਦੀ ਮਰਜ਼ੀ ਦਾ। ਹਾਂਜੀ। ਉਹ ਫਿਰ ਜਿਹੜਾ ਅਕਾਲੀ ਸਰਪੰਚ ਦਾ ਦਿੱਤਾ ਹੋਇਆ ਪਲੱਥਾ ਆ, ਆਪਣਾ ਦਸਤਾਵੇਜ਼ ਉਹਦੇ ਫਾਰਮ ਭਰਾ ਜਿਹੜੇ ਹੁੰਦੇ ਨੇ ਵੋਟਾਂ ਦੇ, ਉਹ ਤੇ ਬਣ ਜਾਂਦੀਆਂ ਨੇ, ਦੂਜੇ ਦੀਆਂ ਨਹੀਂ ਬਣਦੀਆਂ। ਦੂਜੇ ਦੇ ਫਾਰਮ ਲੈ ਜਾਂਦੇ ਨੇ, ਲੇਕਿਨ ਬਣਦੀਆਂ ਨਹੀਂ, ਲਿਸਟ ਦੇ ਵਿੱਚ ਨਾਂ ਨਹੀਂ ਹੁੰਦਾ। ਫਿਰ ਜਦੋਂ ਸਾਡੇ ਜਿਹੜੇ ਐਂਟੀ ਬਾਦਲ ਗਰੁੱਪ ਨੇ, ਉਹਨਾਂ ਦੀ ਸੀਮਤ ਨੇ ਪ੍ਰੈਸ ਕਾਨਫਰੰਸ ਕਰਨ ਤੱਕ। ਕੋਈ ਜਲੰਧਰ ਜਾ ਕਰ ਆਉਂਦਾ, ਕੋਈ ਬਠਿੰਡੇ ਕਰ ਆਉਂਦਾ, ਕੋਈ ਅੰਮ੍ਰਿਤਸਰ ਕਰ ਆਉਂਦਾ। ਤੋ ਪਿੰਡਾਂ ਦੇ ਵਿੱਚ ਉਹਨਾਂ ਦੀ ਐਂਟਰੀ ਹੈ ਨਹੀਂ, ਪਿੰਡਾਂ 'ਚ ਉਹਨਾਂ ਦਾ ਏਜੰਟ ਹੈ ਨਹੀਂ। ਜਦੋਂ ਇਲੈਕਸ਼ਨ ਹੁੰਦੇ ਨੇ, ਸਾਨੂੰ 22-23 ਦਿਨ ਦਾ ਸਮਾਂ ਮਿਲਿਆ ਇੱਕ ਵਾਰੀ ਜਦੋਂ ਅਸੀਂ ਹਿੱਸਾ ਲਿਆ 2006 'ਚ, ਤੇ 23 ਦਿਨਾਂ 'ਚ ਅਸੀਂ ਦੇਖੋ ਇੱਕ ਦੂਸਰੇ ਨੂੰ ਇਕੱਠਿਆ ਕਰਾਂਗੇ ਜਾਂ ਵਰਕਰ ਬਣਾਵਾਂਗੇ ਜਾਂ ਵੋਟਾਂ ਪਵਾਵਾਂਗੇ ਜਾਂ ਪ੍ਰਚਾਰ ਕਰਾਂਗੇ। ਹੁਣ ਤੇ ਮੀਡੀਆ ਦਾ ਯੁੱਗ ਹੈ, ਸੋਸ਼ਲ ਮੀਡੀਆ। ਉਦੋਂ ਤੇ ਅਖਬਾਰਾਂ ਹੀ ਸੀ, ਸਾਡੀ ਤਾਂ ਖਬਰ ਵੀ ਨਹੀਂ ਸੀ ਲੱਗਦੀ। ਤੋ ਫਿਰ ਵੀ ਅਸੀਂ ਉਹਦੇ ਵਿੱਚ ਸਰਦਾਰ ਸਾਹਿਬ ਬੜਾ ਵਧੀਆ ਰਿਜ਼ਲਟ ਦਿੱਤਾ। ਅਸੀਂ ਬਾਦਲ ਦੀਆਂ ਵੋਟਾਂ ਤੇ ਹੀ ਇਲੈਕਸ਼ਨ ਲੜੀ ਤੇ 22-23 ਦਿਨ ਸਾਨੂੰ ਮਿਲੇ। ਉਹਦੇ ਬਾਵਜੂਦ ਸਾਡੇ ਕੋਲ ਏਕਤਾ ਤੇ ਇਤਫਾਕ ਦੀਆਂ ਬਰਕਤਾਂ ਹੈ ਨਹੀਂ ਸੀ, ਸਾਡੇ ਕੋਲ ਪੈਸਾ ਹੈ ਨਹੀਂ ਸੀ, ਸਾਡੇ ਕੋਲ ਸਾਧਨ ਹੈ ਨਹੀਂ ਸੀ, ਪਰ ਅਸੀਂ ਬਾਦਲ ਦੀਆਂ ਬਣਾਈਆਂ ਵੋਟਾਂ ਚੋਂ 43% ਵੋਟ ਲੈ ਗਏ ਔਰ 33 ਮੈਂਬਰ ਆਪਣੇ ਹਾਊਸ ਦੇ ਵਿੱਚ ਭੇਜੇ ਅਸੀਂ ਜਿਤਾ ਕੇ। ਫਿਰ ਜੇ ਤੁਸੀਂ 33 ਭੇਜ ਸਕਦੇ ਹੋ ਤੇ ਇਸ ਵਾਰੀ ਤਾਂ ਕਿਉਂਕਿ ਟਕਸਾਲੀ ਵੀ ਲੱਗ ਹੋਏ, ਢੀਂਡਸਾ ਸਾਹਿਬ ਵੀ ਲੱਗ ਹੋਏ ਹੈਗੇ ਆ, ਹੋਰ ਵੀ ਲੀਡਰ ਸ਼ਾਇਦ ਇੱਧਰ ਉੱਧਰ ਚਲ ਜਾਣ, ਕਿਉਂਕਿ ਪੋਲੀਟੀਕਲ ਲੀਡਰ ਇੱਧਰ ਉੱਧਰ ਆਪਣੀ, ਜਦੋਂ ਇਹਨਾਂ ਨੂੰ ਲੱਗਦਾ ਕੋਈ ਪਾਰਟੀ ਕਮਜ਼ੋਰ ਹੋ ਗਈ ਜਾਂ ਤਗੜੀ ਹੋ ਗਈ, ਇੱਧਰ ਉੱਧਰ ਜਾਂਦੇ ਰਹਿੰਦੇ ਹੈਗੇ ਆ। ਹੁਣ ਤਾਂ ਫਿਰ ਜਿਵੇਂ ਟਫ ਚੈਲੰਜ ਦੇ ਸਕਦੇ ਹੋ, ਤੁਹਾਨੂੰ ਪਤਾ ਹੈਗਾ ਹੁਣ ਅਗਲੇ ਸਾਲ ਪ੍ਰੋਬੇਬਲ ਇਲੈਕਸ਼ਨ ਹੋਣੀ ਹੈਗੀ ਹੈ, ਤੁਹਾਡੇ ਕੋਲ ਸਫੀਸ਼ੀਐਂਟ ਟਾਈਮ ਨਹੀਂ। ਇਹਦੇ ਬਾਰੇ ਕੀ ਵਿਚਾਰ ਆ? ਇੱਕ ਤਾਂ ਮੈਨੂੰ ਲੱਗਦਾ ਹੈ ਕਿ ਐਰਕੀ ਪਰਮਾਤਮਾ ਸਾਡੀ ਸਿੱਖ ਕੌਮ ਤੇ ਮਿਹਰਬਾਨ ਆ। ਸੈਂਟਰ ਸਰਕਾਰ ਨੂੰ ਇਹ ਪਤਾ ਲੱਗ ਚੁੱਕਾ ਹੈ ਕਿ ਬਾਦਲ ਦੇ ਨਾਲ ਸਿੱਖ ਵੋਟ ਨਹੀਂ ਰਹੀ। ਹਾਂਜੀ। ਤੋ ਉਹ ਕਲੰਕ ਜਿਹਾ ਨਹੀਂ ਲੈਣਾ ਚਾਹੁੰਦਾ। ਦਿੱਲੀ ਦੇ ਵਿੱਚ ਇਲੈਕਸ਼ਨਾਂ ਹੋ ਰਹੀਆਂ ਨੇ ਮਾਰਚ ਦੇ ਵਿੱਚ 5 ਸਾਲਾਂ ਬਾਅਦ, ਹਾਂਜੀ, ਤੇ ਇੱਥੇ 12 ਸਾਲ ਹੋਣ ਤੋਂ ਬਾਅਦ ਨਹੀਂ ਹੋ ਰਹੀਆਂ, ਤੇ ਉਹਦੇ ਲਈ ਜਵਾਬਦੇਹ ਹੋਣਾ ਪੈਣਾ ਸੈਂਟਰ ਸਰਕਾਰ ਨੂੰ। ਹਾਂਜੀ। ਤੇ ਇਸ ਕਰਕੇ ਸਾਨੂੰ ਲੱਗਦਾ ਹੈ ਕਿ ਇਹ ਇਲੈਕਸ਼ਨਾਂ ਹੋ ਸਕਦੀਆਂ ਨੇ, ਸਾਨੂੰ ਆਸ ਰੱਖਣੀ ਚਾਹੀਦੀ। ਉਹਦੇ ਲਈ ਅਸੀਂ 3 ਸਾਲ ਤੋਂ ਪਹਿਲਾਂ ਤੋਂ ਪੰਥਕ ਅਕਾਲੀ ਲਹਿਰ ਬਣਾ ਕੇ ਪਿੰਡਾਂ 'ਚ ਮੈਂ ਜਾ ਰਿਹਾ ਤੇ ਵਰਕਰ ਬਣਾ ਰਿਹਾ, ਤੇ ਇਹ ਜਿੰਨੇ ਵੀ ਜ਼ਿਆਦਾਤਰ ਜਿਹੜੇ ਗਰੁੱਪ ਨੇ ਇਹ ਸਮਝ ਚੁੱਕੇ ਨੇ ਕਿ ਸਾਨੂੰ ਪੰਥਕ ਪ੍ਰਣਾਲੀ ਜਿਹੜੀ ਆ ਉਹਨੂੰ ਧਾਰਮਿਕ ਵਿਅਕਤੀਆਂ ਦੇ ਹੱਥਾਂ 'ਚ ਦੇਣੀ ਚਾਹੀਦੀ ਆ। ਅਸੀਂ ਧਾਰਮਿਕ ਵਿਅਕਤੀ ਜਿਹੜੇ ਰਿਟਾਇਰ ਹੋ ਚੁੱਕੇ ਨੇ ਸਾਡੀ ਪੰਜਾਬ ਦੀ ਸਰਕਾਰ ਦੀ ਫੀਲਡ ਵਿੱਚੋਂ, ਉਹਨਾਂ ਦੀਆਂ ਸਹਾਇਤਾ, ਉਹਨਾਂ ਦੇ ਤਜਰਬੇ ਲੈ ਸਕਦੇ ਆ। ਉਹਨਾਂ ਦੀ ਪੈਨਸ਼ਨ ਲੱਗੀ ਆ, ਉਹ ਸਾਨੂੰ ਟਾਈਮ ਵੀ ਦੇ ਸਕਦੇ ਆ ਤੇ ਸੇਵਾ ਦੇ ਆਪਣੇ ਤਜਰਬਿਆਂ ਤੋਂ ਸੇਵਾ ਵੀ ਕਰ ਸਕਦੇ ਨੇ। ਅੱਜ ਪ੍ਰਬੰਧਕ ਕਮੇਟੀ ਆਨਰੇਰੀ ਸੇਵਾ ਤੋਂ ਮੁਕਤ ਹੋ ਚੁੱਕੀ ਹੈ। ਪ੍ਰਬੰਧਕ ਕਮੇਟੀ ਚੋਂ ਆਨਰੇਰੀ ਸੇਵਾ ਜਾਂ ਕਾਰ ਸੇਵਾ ਖਤਮ ਹੋ ਚੁੱਕੀ ਹੈ। ਇੱਥੇ ਠੇਕੇਦਾਰੀ ਸਿਸਟਮ ਆ ਚੁੱਕਾ। ਇੱਥੇ ਪ੍ਰਕਾਸ਼ ਸਿੰਘ ਬਾਦਲ ਦਾ ਦਫ਼ਤਰ ਬਣ ਚੁੱਕਾ ਹੈ ਪ੍ਰਬੰਧਕ ਕਮੇਟੀ ਤੇ ਅਕਾਲ ਤਖਤ। ਪ੍ਰਬੰਧਕ ਕਮੇਟੀ ਜਿਹੜੀ ਆ ਇਹਦਾ ਐਕਟ ਬਣਾਇਆ ਸੈਂਟਰ ਸਰਕਾਰ ਨੇ, ਇਹ ਪਾਰਲੀਮੈਂਟ ਦੇ ਅਧੀਨ ਆ ਗਈ। ਉਹਨੇ ਸਾਡੇ ਤੇ ਬਿਠਾਤਾ ਇੱਕ ਜੁਡੀਸ਼ੀਅਲ ਕਮਿਸ਼ਨ, ਇੱਕ ਇਲੈਕਸ਼ਨ ਕਮਿਸ਼ਨ, ਤੇ ਪ੍ਰਬੰਧਕ ਕਮੇਟੀ ਦੇ ਅਧੀਨ ਆ ਗਿਆ ਸਾਡਾ ਅਕਾਲ ਤਖਤ, ਜਿਹੜੀ ਸੱਚੀ ਪਾਤਸ਼ਾਹੀ ਸਾਡੀ ਜਿਹੜੇ ਸਿਧਾਂਤ ਆ, ਜਿਸ ਸਿਧਾਂਤ ਨੂੰ ਕੋਈ ਵੀ ਸਰਕਾਰ ਆਪਣੇ ਅੰਡਰ ਨਹੀਂ ਕਰ ਸਕਦੀ, ਉਹ ਸਿਧਾਂਤ ਅੱਜ ਪ੍ਰਬੰਧਕ ਕਮੇਟੀ ਦੇ ਅੰਡਰ ਹੈ ਤੇ ਪ੍ਰਬੰਧਕ ਕਮੇਟੀ ਸਰਕਾਰ ਦੇ ਅੰਡਰ ਹੈ। ਇਸ ਕਰਕੇ ਸਾਡਾ ਨੁਕਸਾਨ ਹੋ ਰਿਹਾ। ਹਾਂਜੀ, ਚਲੋ ਖੈਰ ਦੇਖੋ, ਸਰਕਾਰੀ ਤੰਤਰ ਨਾਲ ਰਲ ਮਿਲ ਕੇ ਹਰ ਇੱਕ ਜਗ੍ਹਾ ਏਦਾਂ ਦੀ ਪੋਸੀਬਿਲਿਟੀਜ਼ ਹੈਗੀਆਂ। ਤੁਹਾਡੀਆਂ ਗੱਲਾਂ ਵਿੱਚ ਲੌਜਿਕ ਹੈਗਾ। ਇੱਕ ਮੈਨੂੰ ਗੱਲ ਹੋਰ ਦੱਸੋ ਵੀ ਜਿਵੇਂ
ਬਹੁਤ ਸਾਰੇ ਜਿਹੜੇ ਲੀਡਰ ਹੈਗੇ ਆ, ਜਿਹੜੇ ਬ੍ਰੇਕਵੇ ਅਕਾਲੀ ਦਲ ਦੇ ਲੀਡਰ ਹੈਗੇ ਆ, ਜਿਵੇਂ ਰਵਿੰਦਰ ਸਿੰਘ ਆ ਜਾਂ ਹੋਰ ਹੈ, ਮੈਂ ਕਿਹਦੇ ਕਿਹਦੇ ਨਾਂ ਲਵਾਂ, ਉਹ ਵੀ ਕੋਸ਼ਿਸ਼ ਕਰ ਰਹੇ ਹੈਗੇ ਆ ਵੀ ਕਿਸੇ ਤਰੀਕੇ ਨਾਲ ਬਾਦਲਾਂ ਤੋਂ ਇੱਧਰ ਮੁਕਤ ਹੋਵੇ। ਕੁਛ ਉਹਨਾਂ ਨਾਲ ਵੀ, ਜਾਂ ਦਾਦੂਵਾਲ ਸਾਹਿਬ ਹਰਿਆਣਾ ਕਮੇਟੀ ਦੇ ਹੁਣੇ ਬਣੇ ਆ ਚੇਅਰਮੈਨ ਬਣੇ ਹੈਗੇ ਆ, ਕੁਛ ਹਮ ਖਿਆਲੀ ਬੰਦਿਆਂ ਨਾਲ ਵੀ ਤੁਹਾਡੀਆਂ ਇਸ ਮਾਮਲੇ ਵਿਚਾਰਾਂ ਹੁੰਦੀਆਂ ਰਹਿੰਦੀਆਂ? ਹਾਂਜੀ, ਬਿਲਕੁਲ ਹੋ ਰਹੀਆਂ ਨੇ ਤੇ ਸਫਲ ਵੀ ਹੋਣਗੀਆਂ, ਲੇਕਿਨ ਅਸੀਂ ਇਸ ਦਫਾ ਅਸੀਂ ਇਹ ਨਿਰਣਾ ਕੀਤਾ ਹੈ ਕਿ ਅਸੀਂ ਇੱਕ ਪੰਥਕ ਅਕਾਲੀ ਲਹਿਰ ਦੇ ਨਾਂ ਦੀ ਰਿਲੀਜੀਅਸ ਪਾਰਟੀ ਬਣਾਈ ਆ, ਜਿਨ੍ਹਾਂ ਨੇ ਗੁਰੂ ਘਰ ਦੀ ਸੇਵਾ ਕਰਨੀ ਆ। ਉਹ ਧਾਰਮਿਕ ਤੌਰ ਤੇ ਧਾਰਮਿਕ ਬਿਰਤੀ ਵਾਲੇ ਬੰਦੇ ਸਾਡੇ ਨਾਲ ਆ ਜਾਣ ਤੇ ਸਾਡੀ ਸਪੋਰਟ ਕਰਨ, ਤੇ ਜਿਹੜੇ ਜਿਨ੍ਹਾਂ ਨੇ ਰਾਜਨੀਤੀ ਕਰਨੀ ਉਹ ਆਪਣੇ ਆਪਣੀ ਪਾਰਟੀ ਰਾਹੀਂ ਆਪਣੇ ਆਪਣੇ ਗਰੁੱਪਾਂ ਰਾਹੀਂ ਕਰਦੇ ਨੇ। ਸਾਨੂੰ ਇੱਕ ਨਿਸ਼ਾਨ, ਇੱਕ ਵਿਧਾਨ ਵਾਲਾ ਜਿਹੜਾ ਸਿਲਸਿਲਾ ਉਹ ਮਿਲੇ। ਤੋਂ ਅਸੀਂ ਪਿੰਡ ਪਿੰਡ ਜਾ ਕੇ ਵਰਕਰ ਬਣਾ ਰਹੇ ਹਾਂ ਤੇ ਅਸੀਂ ਗਰੁੱਪਾਂ ਨੂੰ, ਦੂਸਰਿਆਂ ਨੂੰ ਵੀ ਕਹਿ ਰਹੇ ਹਾਂ ਕਿ ਤੁਸੀਂ ਆਪਣੇ ਆਪਣੇ ਖੇਤਰ ਦੇ ਜਿੱਥੇ ਤੁਹਾਡੀ ਚੜ੍ਹਦੀ ਕਲਾ ਹੈ ਉੱਥੇ ਤੁਸੀਂ ਕੰਪੇਨ ਕਰੋ, ਲੋਕਾਂ ਜਾਗਰਤੀ ਲਿਆਓ, ਤੇ ਜਿੱਥੇ ਤੁਹਾਡੀ ਢੇਰੀ ਭਾਰੀ ਹੋਊਗੀ ਅਸੀਂ ਟਿਕਟ ਘਰ ਦੇ ਕੇ ਆਵਾਂਗੇ। ਬਹੁਤ 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 ਅੱਛਾ ਇਹੋ ਸਟੈਪ ਹੈਗਾ। ਇੱਕ ਮੈਨੂੰ ਹੋਰ ਦੱਸੋ, ਅੱਜ ਕੱਲ ਮੈਂ ਬਾਹਰ ਤਾਂ ਜਾਂਦਾ ਰਹਿਣਾ, ਵਿੱਚ ਜਦੋਂ ਵੀ ਜਾਣਾ ਹੈਗਾ ਮੈਂ, ਇੰਗਲੈਂਡ, ਕੈਨੇਡਾ, ਅਮਰੀਕਾ ਜਾਂ ਹੋਰ ਦੇਸ਼ਾਂ ਵਿੱਚ, ਲੋਕੀ ਜਿੰਨੇ ਵੀ ਸਾਡੇ ਪੰਜਾਬੀ ਜਾਂ ਸਿੱਖ ਹੈਗੇ, ਉਹ ਪੰਜਾਬ ਦੀ ਗੱਲ ਕਰਦੇ, ਪੋਲਿਟਿਕਸ ਦੀ ਗੱਲ ਕਰਦੇ, SGPC ਦੀ ਗੱਲ ਕਰਦੇ, ਕਾਂਗਰਸ ਦੀ ਗੱਲ ਕਰਦੇ, ਬਾਦਲਾਂ ਦੀ ਗੱਲ ਕਰਦੇ ਹੈਗੇ ਆ। ਉਹ ਇਸ ਵੇਲੇ ਪਿੱਛੇ ਆਪ ਦਾ ਵੀ ਜ਼ੋਰ ਪਿਆ ਸੀ, ਉਹ ਉਦੋਂ ਜਦੋਂ ਮੈਂ ਗਿਆ ਸੀ, ਉਦੋਂ ਲੋਕੀ, ਇੱਕ ਮੈਂ ਕਿਸੇ ਫੰਕਸ਼ਨ ਵਿੱਚ ਗਿਆ ਸੀ, ਉੱਥੇ ਕੋਈ 200 ਬੰਦਾ ਸੀ, ਉਹਨਾਂ ਨੇ ਕਿਹਾ ਸੀ ਵੀ ਅਸੀਂ ਬੜੇ ਕੱਟੜ ਅਕਾਲੀ ਦਲ ਸਪੋਰਟਰ, ਪੈਸੇ ਭੇਜਦੇ ਸੀ ਵੀ ਇਸ ਵਾਰੀ ਅਸੀਂ ਸੋਚਿਆ ਵੀ ਅਸੀਂ ਆਪ ਨੂੰ ਪੂਰਾ ਕਰਨਾ ਹੈਗਾ। ਪਰ ਹੁਣ ਆਪ ਦਾ ਵੀ ਮਸਲਾ ਡਾਇਲਿਊਟ ਹੋ ਗਿਆ। ਤੁਸੀਂ ਫੋਰਨ ਦੇ ਸਿੱਖਾਂ ਨੂੰ ਵੀ ਅਪਰੋਚ ਕਰਦੇ, ਤੁਹਾਨੂੰ ਕੁਝ ਥੋੜਾ ਜਿਹਾ ਮਾਇਆ ਵੀ ਦੇਣ, ਜਾਂ ਇਹਦੇ ਤੁਹਾਡੀ ਮੂਵਮੈਂਟ ਨਾਲ ਜੁੜਨ? ਦੇਖੋ ਜੀ, ਮੈਂ ਮਾਇਆ ਵਾਸਤੇ ਅਜੇ ਤੱਕ ਕਿਤੇ ਕਿ ਨਾ ਇੱਥੇ ਤੇ ਨਾ ਬਾਹਰ ਅਪਰੋਚ ਕੀਤੀ ਆ, ਤੇ ਨਾ ਸਾਨੂੰ ਹਾਲੇ ਲੋੜ ਆ। ਅਸੀਂ ਤੇ ਅਪਰੋਚ ਕਰ ਰਹੇ ਹਾਂ ਕਿ ਤੁਸੀਂ ਸਾਡੇ ਪਿੱਛੇ ਦੀਵਾਰ ਬਣ ਕੇ ਖੜੋ। ਬਾਹਰ ਵਿਦੇਸ਼ਾਂ 'ਚ ਵਸਦਾ ਹਰੇਕ ਸਿੱਖ ਜਿਹੜਾ ਉਹ ਆਪਣੀ ਇੱਕ ਇੱਕ ਵੋਟ ਘੱਟੋ ਘੱਟ ਆਪਣੇ ਹਿੱਸੇ ਆਉਂਦੀ, ਇੱਕ ਵੋਟ ਸਾਨੂੰ ਦਵਾਵੇ ਪੰਜਾਬ 'ਚ। ਤੋਂ ਅਸੀਂ ਜਿੱਤਦੇ ਹਾਂ, ਬੜੇ ਚੰਗੀ ਤਰ੍ਹਾਂ ਜਿੱਤਦੇ ਹਾਂ। ਤੇ ਔਰ ਮੈਂ ਇਹ ਵੀ ਦਾਅਵਾ ਕੀਤਾ ਹੈ ਕਿ ਅਕਾਲ ਤਖਤ ਸਾਹਿਬ ਤੇ ਉਹਦੇ ਉੱਤੇ ਪੰਥ ਦੇ ਗ੍ਰੰਥ ਦਾ ਸਿਧਾਂਤ, ਜਿਹੜਾ ਅਕਾਲ ਤਖਤ ਸਾਹਿਬ ਦਾ ਸਿਧਾਂਤ ਉਹ ਗੁਰੂ ਹਰਗੋਬਿੰਦ ਪਾਤਸ਼ਾਹ ਨੇ ਦਿੱਤਾ, ਜਿਹੜਾ ਪੰਥ ਦੇ ਗ੍ਰੰਥ ਦਾ ਸਿਧਾਂਤ ਇਹ ਗੁਰੂ ਦਸਮ ਪਾਤਸ਼ਾਹ ਨੇ ਦਿੱਤਾ। ਇਹ ਦੋਵੇਂ ਸਿਧਾਂਤ ਆਪਣੇ ਸਰੂਪ ਦੇ ਵਿੱਚ ਸੁਤੰਤਰ ਹੋਣਗੇ, ਤੇ ਇਹ ਸੰਸਥਾ ਜਿਹੜੀ ਆ ਇਹਦੇ ਤੇ ਕਿਸੇ MP ਦਾ, ਕਿਸੇ CM ਦਾ, ਕਿਸੇ PM ਦਾ ਪਰਛਾਵਾਂ ਨਹੀਂ ਹੋਊਗਾ। ਇੱਥੇ ਕੋਈ ਵੀ ਦੋਸ਼ੀ ਜਿਹੜਾ ਗੁਰੂ ਘਰ ਦਾ ਦੋਸ਼ੀ ਆ, ਗੁਰੂ ਘਰ ਨਾਲ ਗਦਾਰੀ ਕਰਨ ਵਾਲਾ, ਉਹ ਬਖਸ਼ਿਆ ਨਹੀਂ ਜਾਊਗਾ। ਅਸੀਂ ਇੱਥੇ ਗਰੀਬ ਬੱਚੇ, ਹੋਣਹਾਰ ਬੱਚਿਆਂ ਨੂੰ ਐਜੂਕੇਸ਼ਨ ਨੂੰ ਪਹਿਲ ਦੇ ਆਧਾਰ ਤੇ ਨਿਪਟਾਵਾਂਗੇ ਤੇ ਬੱਚਿਆਂ ਦੀ ਹੈਲਪ ਕਰਾਂਗੇ। ਅਸੀਂ ਜਿਹੜਾ ਹਸਪੀਟਲ ਆ ਉਹਨੂੰ ਜਿਸ ਤਰ੍ਹਾਂ DMC ਜਾਂ CMC ਇਹ ਜਿਹੜੇ ਹਸਪੀਟਲ ਸੇਵਾ ਕਰ ਰਹੇ ਨੇ, ਉਹਨਾਂ ਤੋਂ ਚੰਗੀ ਕੁਆਲਿਟੀ ਦਾ ਬਣਾ ਕੇ ਸਿੱਖਾਂ ਦੀ ਜਾਂ ਨਾਨਕ ਨਾਮ ਲੇਵਾ ਦੀ ਸੇਵਾ 'ਚ ਹਾਜ਼ਰ ਕਰਾਂਗੇ। ਅਸੀਂ ਜਿਹੜਾ ਯਾਤਰੂ ਆਉਣ ਵਾਲਾ ਉਹਨੂੰ ਰਾਤ ਨੂੰ ਕਮਰਾ ਇਹ ਯਕੀਨੀ ਬਣਾਵਾਂਗੇ, ਉਹ ਰਾਤ ਨੂੰ ਆਰਾਮ ਕਰੇ ਤੇ ਅਗਲੇ ਦਿਨ ਅੰਮ੍ਰਿਤ ਵੇਲੇ ਦਰਸ਼ਨ ਕਰੇ। ਤੋ ਇਹ ਸਾਰੀਆਂ ਚੀਜ਼ਾਂ ਅਸੀਂ ਦਾਅਵੇ ਨਾਲ ਕਰਾਂਗੇ ਕੁਝ ਹਫ਼ਤਿਆਂ 'ਚ, ਜੇ ਸਾਨੂੰ ਸਿੱਖ ਜਿਹੜੇ ਨੇ ਇਹ ਪ੍ਰਬੰਧਕ ਕਮੇਟੀ ਦਾ ਇੰਤਜ਼ਾਮ ਕਰਨ ਲਈ ਸਾਡੇ ਤੇ ਵਿਸ਼ਵਾਸ ਕਰਦੇ ਨੇ। ਅੱਛਾ, ਅਸੀਂ ਹੁਣੇ ਪਿਛਲੇ ਸਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਪ੍ਰਕਾਸ਼ ਉਤਸਵ ਬੜੀ ਸ਼ਰਧਾ ਉਤਸ਼ਾਹ ਨਾਲ ਮਨਾਇਆ। ਤੁਹਾਨੂੰ ਪਤਾ ਮੋਦੀ ਸਾਹਿਬ ਵੀ ਆਏ, ਕਰਤਾਰਪੁਰ ਕੋਰੀਡੋਰ ਵੀ ਖੁੱਲਿਆ ਹੈਗਾ। ਪਰ ਤੁਸੀਂ ਮੈਨੂੰ ਮੈਂ ਤੁਹਾਨੂੰ ਪੁੱਛਣਾ ਚਾਹੁੰਦਾ, ਬਾਬੇ ਨਾਨਕ ਦੀਆਂ ਸਿੱਖਿਆਵਾਂ ਵਿੱਚ ਇਹ ਜਿੰਨੇ ਕੁ ਸਾਡੇ ਰਿਲੀਜੀਅਸ ਲੀਡਰ ਜਾਂ ਬਾਬੇ ਜਾਂ ਜਿਹੜੇ ਆਮ ਲੋਕੀ ਜਾਂ ਇਹੋ ਜਿਹੜੇ ਪੋਲੀਟੀਕਲ ਲੀਡਰ ਕਿੰਨਾ ਕੁ ਚੱਲਦੇ ਆ, ਕਿੰਨਾ ਕੁ ਉਹਨਾਂ ਦੀ ਬਾਬੇ ਨਾਨਕ ਦੀਆਂ ਸਿੱਖਿਆਵਾਂ ਦਾ ਅਸਰ ਆ ਅੱਜ ਦੀ ਡੇਟ 'ਚ? ਮੈਂ ਤੁਹਾਨੂੰ ਨਾ ਬਰੀਫ ਕਰਕੇ ਦੱਸਦਾ। ਅੱਜ ਦੀ ਡੇਟ 'ਚ ਸਾਡੀ ਹਾਲਤ ਜਿਹੜੀ ਆ ਇਹ ਆ ਕਿ ਅਸੀਂ, ਸਾਡੇ ਅੰਦਰੋਂ ਗੁਰੂ ਨਾਨਕ ਦੀ ਵਿਚਾਰਧਾਰਾ ਤੇ ਉਹਦੀ ਸਿੱਖੀ ਗਾਇਬ ਆ। ਅਸੀਂ ਅੰਦਰੋਂ ਸੁੱਕੇ ਪਏ, ਦਿਖਾਵੇ ਦੀ ਸਿੱਖੀ ਸਾਡੇ ਕੋਲ ਆ। ਪੁਰਾਤਨ ਸਿੱਖਾਂ ਦੇ ਮੁਕਾਬਲੇ ਤੇ ਅਸੀਂ ਇੱਕ 0% ਵੀ ਨਹੀਂ। ਅੱਜ ਸਾਡੇ ਕੋਲ ਸੁੱਖ ਸਹੂਲਤਾਂ, ਕਾਰਾਂ, ਦੌਲਤਾਂ, ਆਪਣੇ ਘਰ ਹੋਣਗੇ, ਲੇਕਿਨ ਪੁਰਾਤਨ ਸਿੱਖਾਂ ਕੋਲ ਇੱਕ ਸ਼ਸਤਰ ਤੇ ਸ਼ਾਸਤਰ ਦਾ ਕਮਾਇਆ ਹੋਇਆ ਅਭਿਆਸ ਸੀ, ਸਟੱਡੀ ਸੀ। ਉਹ ਸਟੱਡੀ ਕਰਕੇ ਉਹ ਸਿੱਖ ਬੜੇ ਅਮੀਰ ਸਨ। ਉਹਨਾਂ ਦੀ ਅਮੀਰੀ ਕਰਕੇ ਥੋੜੀ ਜਿਹੀ ਗਿਣਤੀ ਦੇ ਵਿੱਚ ਹੁੰਦਿਆਂ ਉਹਨਾਂ ਨੇ ਬਹੁਤ ਵੱਡੇ ਰਕਬੇ ਤੇ ਰਾਜ ਕੀਤਾ ਤੇ 1.5 ਸਦੀ ਕੀਤਾ।
ਹਾਂਜੀ ਉਹਨਾਂ ਦੇ ਰਾਜ ਜਿਹੜਾ ਸੀਗਾ ਉਹਦੇ ਵਿੱਚ ਕੋਈ ਦੁਖੀ ਨਹੀਂ ਹੋਇਆ। ਹਾਂਜੀ ਉਹਦੇ ਵਿੱਚ ਕਿਸੇ ਦੂਸਰੇ ਧਰਮ ਦੇ ਅਨਿਆਈ ਦਾ ਨੁਕਸਾਨ ਨਹੀਂ ਹੋਇਆ। ਬਲਕਿ ਇਹ ਅਸੀਂ ਕਹਿ ਸਕਦੇ ਇਹ ਹੋਆ ਹਲੇਮੀ ਰਾਜ ਜੀ। ਉਹਦੇ ਵਿੱਚ ਲੋਕਾਂ ਨੇ ਗੀਤ ਗਾਏ ਸਿੱਖਾਂ ਦੇ। ਅੱਜ ਸਾਡੇ ਪੱਲੇ ਨਾ ਸ਼ਸਤਰ ਆ ਨਾ ਸ਼ਾਸਤਰ ਆ। ਅਸੀਂ ਦਿਖਾਵੇ ਦੀ ਸਿੱਖੀ ਦਿਖਾ ਕੇ ਲੋਕਾਂ ਨੂੰ ਗਮਰਾਹ ਕਰਕੇ ਠੇਕੇਦਾਰ ਬਣ ਗਏ। ਧਰਮ ਦੀ ਜਿਹੜੀ ਕਮਾਈ ਉਹ ਵੀ ਖਾਣ ਲੱਗ ਪਏ। ਗੁਰੂ ਦੇ ਦਰ ਤੇ ਆਇਆ ਦਾਨ ਵੀ ਖਾਣ ਲੱਗ ਪਏ। ਆਪਣੀ ਰਾਜਨੀਤੀ ਤੇ ਲਾਉਣ ਲੱਗ ਪਏ। ਆਪਣੇ ਟੱਬਰ ਪਾਲਣ ਲੱਗ ਪਏ। ਬਹੁਤ ਸਾਡੇ ਪੱਲੇ ਕੁਛ ਨਹੀਂ ਹੈਗਾ। ਜੀ ਹਾਂ। ਇੱਕ SGPC ਫਿਰ ਮੈਂ ਉੱਥੇ ਹੀ ਆਉਣਾ ਹੈਗਾ, ਜਿਹੜੀ ਕਿ ਜਿਹਦੇ ਤੋਂ ਨਰੋਲ ਜਿਹੜੀ ਹੈਗੀ ਸਿੱਖੀ ਦੀ ਖੁਸ਼ਬੂ ਆਉਣੀ ਚਾਹੀਦੀ ਸੀ। ਮਤਲਬ ਪੂਰੇ ਪੰਜਾਬ ਵਿੱਚ, ਪੂਰੇ ਇੰਡੀਆ 'ਚ ਤੇ ਪੂਰੇ ਵਰਲਡ ਵਿੱਚ। ਉਹ ਤੁਹਾਨੂੰ ਲੱਗਦਾ ਕਿਹੜੀਆਂ ਗੱਲਾਂ ਤੋਂ ਜਿਹੜੀ ਸਿੱਖੀ ਦੀ ਖੁਸ਼ਬੂ ਨਹੀਂ ਦੇ ਸਕੀ? ਕੀ ਪ੍ਰੋਬਲਮ ਹੈਗੀਆਂ ਜੇ ਕਿਹੜੀਆਂ ਰੁਕਾਵਟਾਂ ਉਸ ਰਾਹ ਵਿੱਚ? ਇੱਕ ਵੱਡੀ ਰੁਕਾਵਟ ਇਹ ਆ ਕਿ ਗੁਰੂ ਨਾਨਕ ਸਾਹਿਬ ਨੇ ਜਿਨ੍ਹਾਂ ਨੂੰ ਸਿੱਖ ਬਣਾਇਆ ਸੀ ਉਹ ਸਿੱਖੀ ਸਰੂਪ ਸੰਭਾਲੇ ਬੈਠੇ ਆ। ਅੱਛਾ ਜੀ। ਪਰ ਉਹ ਸਿੱਖੀ ਸਰੂਪ ਕੋਈ ਆਮ ਆਦਮੀ ਪਾਰਟੀ ਦਿਖਾਈ ਦੇ ਰਿਹਾ, ਕੋਈ ਕਾਂਗਰਸ ਦਿਖਾਈ ਦੇ ਰਿਹਾ, ਕੋਈ ਕਾਮਰੇਡਾਂ 'ਚ ਦਿਖਾਈ ਦੇ ਰਿਹਾ, ਕੋਈ ਬਸਪਾ 'ਚ ਦਿਖਾਈ ਦੇ ਰਿਹਾ, ਕੋਈ ਅਕਾਲੀ ਦਲ 'ਚ ਦਿਖਾਈ ਦੇ ਰਿਹਾ, ਕੋਈ ਭਾਜਪਾ 'ਚ ਦਿਖਾਈ ਦੇ ਰਿਹਾ। ਇਹ ਵੱਡੀ ਗਈ ਸਿੱਖੀ ਪੋਲੀਟੀਕਲ ਤੌਰ ਤੇ। ਉਹ ਜਿਹੜਾ ਪੋਲੀਟੀਕਲ ਇੱਕ ਵਿੰਗ ਸੀ ਜਿਹੜਾ ਪੁਰਾਤਨ ਸਿੱਖਾਂ ਨੇ ਗੁਰੂ ਘਰ ਨੂੰ ਜਾਂ ਇਹ ਸਿੱਖੀ ਨੂੰ ਬਚਾਉਣ ਲਈ ਬਣਾਇਆ ਸੀ, ਉਹਨੇ ਇੱਕ ਪਰਿਵਾਰ ਤੱਕ ਸੀਮਤ ਰੱਖ ਕੇ ਆਪਣੇ ਆਪ ਨੂੰ। ਤੇ ਇਹ ਅਕਾਲੀ ਦਲ ਇੱਕ ਪਰਿਵਾਰ ਦੇ ਵਿੱਚ ਲਿਜਾ ਕੇ ਲਿਮਟਿਡ ਕੰਪਨੀ ਬਣਾਤਾ, ਜਿਹਦੇ ਵਿੱਚ ਉਹਨਾਂ ਦੀ ਜੁੱਤੀ ਚੁੱਕਣ ਵਾਲਿਆਂ ਦੀ ਥਾਂ ਕਿਸੇ ਹੋਰ ਸਿੱਖ ਦੀ ਕੋਈ ਥਾਂ ਨਹੀਂ। ਤੋ ਅੱਜ ਪ੍ਰਬੰਧਕ ਕਮੇਟੀ ਇੱਕ ਦਫ਼ਤਰ ਬਣ ਕੇ ਰਹਿ ਗਈ ਪ੍ਰਕਾਸ਼ ਸਿੰਘ ਬਾਦਲ ਦਾ। ਤੇ ਉਹਦੇ ਅੱਜ ਤੁਸੀਂ ਦੇਖ ਲਓ ਪ੍ਰਬੰਧਕ ਕਮੇਟੀ, ਅਕਾਲ ਤਖਤ, ਅਕਾਲੀ ਦਲ, ਵਿਧਾਨ ਸਭਾ ਦੀਆਂ ਇਲੈਕਸ਼ਨਾਂ, ਲੋਕ ਸਭਾ ਦੀਆਂ ਇਲੈਕਸ਼ਨਾਂ, ਰਾਜ ਸਭਾ ਦੀਆਂ ਇਲੈਕਸ਼ਨਾਂ ਇੱਕ ਵਿਅਕਤੀ ਦੇ ਹੱਥ 'ਚ ਨੇ। ਉਹਨੀਆਂ ਟਿਕਟਾਂ ਦੇਣੀਆਂ ਇੱਕ ਵਿਅਕਤੀ ਦੇ ਹੱਥ 'ਚ ਨੇ। ਇੱਥੇ ਗੁਰੂ ਸਾਹਿਬ ਨੇ ਆਪਣਾ ਪਰਿਵਾਰ ਵਾਰ ਕੇ ਜਿਹੜੀ ਪੰਜ ਪ੍ਰਧਾਨੀ ਮਰਿਆਦਾ ਬਣਾਈ ਸੀ, ਅੱਜ ਉਸ ਵਿਅਕਤੀ ਦੀ ਨੌਕਰ ਬਣ ਗਈ। ਤੇ ਉਹ ਰੋਟੀਆਂ ਕਾਰਨ ਤਾਲਪੁਰ ਦੇ ਪਏ ਨੇ। ਰਾਮ ਰਹੀਮ ਨੂੰ ਮਾਫ ਕਰਨ ਲਈ ਉਹਦੇ ਘਰ ਆਉਂਦੇ ਪਏ ਨੇ। ਸਾਡੇ ਧਰਮ ਦਾ ਕੀ ਬਣਦਾ? ਅੱਛਾ, ਇੱਕ ਜਿਵੇਂ ਹੁਣ ਚਲੋ ਲਿਫਾਫੇ ਵਿੱਚੋਂ ਇਹ ਵੀ ਖਬਰਾਂ ਆਉਂਦੀਆਂ ਰਹਿੰਦੀਆਂ ਹਰ ਵਾਰੀ, ਉਹ ਪ੍ਰਧਾਨ ਆਉਂਦਾ SGPC ਦਾ। ਚਲੋ SGPC ਦਾ ਪ੍ਰਧਾਨ ਲਿਫਾਫੇ ਵਿੱਚੋਂ ਮੰਨ ਲਓ ਨਿਕਲਿਆ ਹੈਗਾ, ਉਹਦੇ ਕੋਲ ਆਪਸ਼ਨ ਕੀ ਰਹਿੰਦੀ? ਉਹਨਾਂ ਨੂੰ ਆਪਣੇ ਬੌਸਸ ਨੂੰ ਡਿਫਾਈ ਕਰੇ। ਜੇ ਡਿਫਾਈ ਕਰੇਗਾ ਤਾਂ ਉਹ ਇਮੀਡੀਏਟਲੀ ਚੇਂਜ ਕਰ ਦੇਣਗੇ। ਇਹਦੇ ਬਾਰੇ ਕੀ ਕਹਿੰਦੇ ਵੀ ਜਿਹੜਾ SGPC ਪ੍ਰਧਾਨ ਕਿੱਦਾਂ ਦਾ ਹੋਣਾ ਚਾਹੀਦਾ ਹੈਗਾ? SGPC ਦਾ ਪ੍ਰਧਾਨ ਇੱਕ ਤੇ ਉਹਦਾ ਕੱਦ ਹੋਣਾ ਚਾਹੀਦਾ, ਉਹਦੀ ਕਮਾਈ ਕਰਕੇ, ਉਹਦੀ ਸੰਗਤ 'ਚ ਸੇਵਾ ਕਰਕੇ, ਸੰਗਤਾਂ ਦੇ ਜਜ਼ਬਾਤ ਦੀ ਤਰਜਮਾਨੀ ਕਰਦਾ ਹੋਣਾ ਚਾਹੀਦਾ, ਅਤੇ ਸੰਗਤ ਜਾਂ ਗੁਰੂ ਘਰ ਲਈ ਕਿਤੇ ਵੀ ਕੁਰਬਾਨੀ ਕਰਨ ਉਹ ਤਿਆਰ ਹੋਵੇ। ਇਹ ਸਾਰਾ ਕੁਝ ਇੱਥੇ ਮਿਲਦਾ ਨਹੀਂ। ਇੱਥੇ ਤੇ ਮਿਲਦਾ ਉਹ ਆ ਜਿਹੜਾ ਵੱਡੇ ਤੋਂ ਵੱਡਾ ਚਾਪਲੂਸ ਤੇ ਵੱਡੇ ਤੋਂ ਵੱਡਾ ਝੂਠ ਬੋਲਣ ਵਾਲਾ, ਉਹ ਪ੍ਰਧਾਨ ਬਣਦਾ। ਚਲੋ ਇੱਕ ਦੋ ਲਾਸਟ ਸਵਾਲ। ਇਹ ਹੁਣ ਜਿਹੜਾ 328 ਸਰੂਪਾਂ ਦਾ ਮਾਮਲਾ ਹੈਗਾ, ਪਹਿਲਾਂ ਤਾਂ ਲੌਂਗੋਵਾਲ ਸਾਹਿਬ ਨੇ ਬੜੀ ਗਰਮਜੋਸ਼ੀ ਨਾਲ ਪ੍ਰੈਸ ਕਾਨਫਰੰਸ ਕੀਤੀ ਸੀ, ਅਸੀਂ FIR ਦਰਜ ਕਰਨੀ, ਜੇ ਕਰਨੀਆਂ ਉਹ ਕਰਨੀਆਂ, ਕਰਨ ਲੈਂਦਿਆਂ। ਹੁਣ ਇਹਨਾਂ ਨਾਲ ਕੋਈ ਐਗਰੀਮੈਂਟ ਹੋਇਆ ਹੈਗਾ ਜਾਂ ਵੀ ਉਹਨਾਂ ਦੇ ਸੱਚ ਬੋਲਣ ਤੋਂ ਡਰਦਿਆਂ ਇਹਨਾਂ ਨੇ ਯੂ ਟਰਨ ਲਈ ਹੈਗੀ? ਕੀ ਲੱਗਦਾ ਤੁਹਾਨੂੰ? ਇਹਨਾਂ ਨੇ ਯੂ ਟਰਨ ਲਈ ਆ ਬਾਦਲ ਪਰਿਵਾਰ ਦੇ ਹੁਕਮ ਤੇ। ਅੱਛਾ ਜੀ। ਕਿ ਇੱਕ ਤਾਂ ਕੋਹਲੀ ਜਿਹੜਾ ਉਹਦੇ ਪੈਸੇ ਵਾਪਸ ਨਹੀਂ ਮੰਗੇ ਜਾਣਗੇ। ਸਮਝ ਗਿਆ ਜੀ। ਨੰਬਰ 2 ਤੇ ਕਿਸੇ ਵੀ ਜਿਹੜਾ ਜਵਾਬ ਦੇ, ਜਿਹੜਾ ਅੱਜ ਬੋਲਣ ਲੱਗ ਪਏ ਅਧਿਕਾਰੀ ਕਿ ਤੁਸੀਂ ਸਾਨੂੰ ਹੁਣ ਕੱਢ ਦਿੱਤਾ ਤੇ ਅਸੀਂ ਅਦਾਲਤ ਦੇ ਵਿੱਚ ਦੱਸਾਂਗੇ ਕਿ ਸੱਚ ਕੀ ਆ, ਇਹ ਸਰੂਪ ਕਿੱਥੇ ਗਏ, ਉਹਨਾਂ ਤੋਂ ਡਰ ਗਏ। ਅੱਛਾ। ਤੇ ਉਹਨਾਂ ਨੂੰ ਹੁਕਮ ਦੇ ਦਿੱਤਾ ਕਿ ਤੁਹਾਨੂੰ ਅਸੀਂ ਜਿਉਂ ਦਾ ਤਿਉਂ ਰੱਖਾਂਗੇ, ਤੁਹਾਨੂੰ ਸਿਰਫ ਅਕਾਲ ਤਖਤ ਦਿਖਾਵੇ ਲਈ ਗਿਆਨੀ ਹਰਪ੍ਰੀਤ ਦੇ ਚਰਨਾਂ 'ਚ ਪੇਸ਼ ਕਰ ਦਿਆਂਗੇ। ਉਹ ਤੁਹਾਨੂੰ ਗੰਗਾ ਜਲ ਪਿਲਾ ਕੇ ਸੁੱਚਾ ਕਰ ਦਊਗਾ, ਫਿਰ ਅਸੀਂ ਤੁਹਾਨੂੰ ਵਾਪਸ ਰੱਖ ਲਾਂਗੇ। ਇੱਕ ਦਿਹਾੜੀ ਕ ਭਾਂਡੇ ਮਾਂਜਣੇ ਪੈਣਗੇ। ਇਸ ਸਾਰੇ ਸਿਸਟਮ ਦੇ ਵਿੱਚ ਆ ਕੇ ਅੱਜ ਲੌਂਗੋਵਾਲ ਨੇ ਬਿਆਨ ਦਿੱਤਾ, ਅਸੀਂ ਸਮਰੱਥ ਹਾਂ, ਅਸੀਂ ਆਪ ਇਨਵੈਸਟੀਗੇਸ਼ਨ ਕਰ ਸਕਦੇ ਹਾਂ। ਹੁਣ ਇਹ ਲੌਂਗੋਵਾਲ ਨੂੰ ਬੰਦਾ ਪੁੱਛੇ ਵੀ ਸੈਂਕੜੇ ਸਰੂਪ ਪਹਿਲਾਂ ਸਾੜੇ ਗਏ, ਪਾੜੇ ਗਏ ਸਾਰੇ ਪੰਜਾਬ 'ਚ, ਉੱਥੇ ਤੇ ਤੇਰਾ ਆਕਾ ਜਿਹੜਾ ਉਹ ਵੀ ਉਹ ਸਰਕਾਰ ਦਾ ਮੁਖੀ ਹੋਣ ਕਰਕੇ ਵੀ ਨਹੀਂ ਇਨਵੈਸਟੀਗੇਸ਼ਨ ਕਰ ਸਕਿਆ।
ਇੱਕ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਦਾ ਨਰਾਦਰ ਹੋਇਆ, ਉਹਦੀ ਹਮਦਰਦੀ 'ਚ ਸਿੱਖ ਬੱਚੇ ਬੈਠੇ ਤੇ ਤੇਰੇ ਮਾਲਕ ਨੇ ਗੋਲੀਆਂ ਚਲਵਾ ਕੇ ਗੋਲੀਆਂ ਨਾਲ ਬਣਵਾ ਦਿੱਤੇ। ਪੁਲਿਸੋਂ ਇਹ ਕੰਮ ਤੇ ਕਰਵਾ ਸਕਦਾ, ਪਰ ਗੁਰੂ ਗ੍ਰੰਥ ਸਾਹਿਬ ਜੀ ਦੀ ਜਿਹੜੀ ਬੇਹਰਮਤੀ ਹੋਈ ਆ, ਜਿਹੜਾ ਤੁਸੀਂ ਅੱਜ ਦਾਗ ਲਾਇਆ, ਇਹਦੀ ਇਨਵੈਸਟੀਗੇਸ਼ਨ ਕਿਉਂ ਨਹੀਂ ਕਰ ਸਕਦੀ ਪੁਲਿਸ? ਤੇ ਜੇ ਨਹੀਂ ਕਰ ਸਕਦੀ ਤਾਂ ਸਾਨੂੰ ਦੱਸੋ ਤੁਹਾਡੀ ਕਮੇਟੀ ਕੀ ਆ, ਇਹ ਕਿਹਦੇ ਅੰਡਰ ਆ? ਤੇ ਜਿਹੜੀ ਕਮੇਟੀ ਆ ਉਹ ਜੁਡੀਸ਼ੀਅਲ ਕਮਿਸ਼ਨ ਨਾਲ ਉਹਦਾ ਕੀ ਕਨੈਕਸ਼ਨ ਆ? ਜੁਡੀਸ਼ੀਅਲ ਕਮਿਸ਼ਨ ਕੀ ਆ? ਕਿਹੜੀ ਧਰਮ ਦੀ ਸੰਸਥਾ? ਜਿਹਨੇ ਤੁਹਾਨੂੰ ਚੁਣਿਆ? ਇਲੈਕਸ਼ਨ ਕਮਿਸ਼ਨ ਕੀ ਆ? ਤੇ ਤੁਸੀਂ ਇੱਕ ਗੁਰੂ ਦੀ ਬਣਾਈ ਹੋਈ ਸੰਸਥਾ ਅਕਾਲ ਤਖਤ ਨੂੰ ਰਗੜ ਕੇ ਰੱਖ ਦਿੱਤਾ। ਸਰਦਾਰ ਸਾਹਿਬ, ਮੈਂ ਅੱਜ ਤੁਹਾਨੂੰ ਦੱਸਾਂ ਕਿ 99 ਦੇ ਵਿੱਚ ਇਸ ਪ੍ਰਕਾਸ਼ ਸਿੰਘ ਬਾਦਲ ਨੇ ਪਹਿਲਾਂ ਤੇ ਸਰਕਾਰੀ ਸੰਸਥਾ ਜੁਡੀਸ਼ੀਅਲ ਕਮਿਸ਼ਨ ਦਾ ਚੇਅਰਮੈਨ ਬਦਲਿਆ, ਕਿਉਂਕਿ ਮੈਨੂੰ ਬਦਲਣਾ ਸੀ। ਉਹ ਪਹਿਲਾ ਕਮਿਸ਼ਨ ਮੰਨਦਾ ਨਹੀਂ ਸੀ, ਇਸ ਨੇ ਆਪਣਾ ਕਮਿਸ਼ਨ ਇਮੀਡੀਏਟਲੀ ਬਦਲ ਕੇ ਉਹ ਤੋਂ ਹੁਕਮ ਲਿਆ ਕਿ ਰਣਜੀਤ ਸਿੰਘ ਤੇ ਮੀਟਿੰਗ ਬੁਲਾ ਕੇ ਕਮੇਟੀ ਦੇ ਐਗਜ਼ੈਕਟਿਵ ਤੇ ਵਿਚਾਰ ਕਰੇ। ਉਹਨਾਂ ਮੈਨੂੰ ਆ ਕੇ ਲਾਤਾ ਵਿਚਾਰ ਕਰਕੇ। ਇਹ ਧਰਮ ਦੀ ਧੁਜਾ ਅਕਾਲ ਤਖਤ ਨੂੰ ਤੁਸੀਂ ਬਖਸ਼ਿਆ ਨਹੀਂ। ਤਾਂ ਅੱਜ ਗੁਰੂ ਗ੍ਰੰਥ ਸਾਹਿਬ ਦੇ ਹੱਕ 'ਚ ਕੋਈ ਪੁਲਿਸ ਕੰਮ ਕਰ ਸਕਦੀ ਹੈ ਤੇ ਉਹ ਤੇ ਤੁਹਾਨੂੰ ਲੱਗਿਆ ਕਿ ਐਂਟਰ ਕਰ ਰਹੀ ਜੀ ਸਾਡੇ ਚ ਐਂਟਰ। ਤੁਹਾਡੀ ਪ੍ਰਬੰਧਕ ਕਮੇਟੀ 'ਚ ਕਿਹੜੀ ਧਿਰ ਆ ਜਿਹੜੀ ਧਾਰਮਿਕ ਆ? ਸਾਰਾ ਕੁਝ ਤੇ ਏਜੰਸੀਆਂ ਦੇ ਪੱਲੇ ਆ। ਇੱਕ ਧਰਮ ਦੀ ਧੁਜਾ ਅਕਾਲ ਤਖਤ ਸੀ, ਉਹਨੂੰ ਤੁਸੀਂ ਰੋਲ ਕੇ ਰੱਖ ਦਿੱਤਾ। ਸਾਡੀ ਕੌਮ ਨੂੰ ਤੁਸੀਂ ਬੇਵਕੂਫ ਕਿਉਂ ਬਣਾਉਂਦੇ ਹੋ? ਅੱਜ ਤੱਕ ਸਾਨੂੰ ਦੱਸੋ ਕਿ ਤੁਹਾਡੇ ਕੋਲ ਕਿਹੜੀ ਏਜੰਸੀ ਆ, ਕਿਹੜੀ ਧਿਰ ਆ, ਕਿਹੜਾ ਤੁਹਾਡੇ ਕੋਲ ਪਾਵਰਫੁਲ ਜਿਹੜੀ ਗੇਮ ਆ ਜਿਹਦੇ ਨਾਲ ਤੁਸੀਂ ਸਾਨੂੰ ਇਨਵੈਸਟੀਗੇਸ਼ਨ ਕਰਕੇ ਦੁੱਧ ਦਾ ਦੁੱਧ ਪਾਣੀ ਕਰ ਦਿਓਗੇ? ਇੱਕ ਟਰੱਕ ਸਰੂਪ ਦਾ ਮਿਲਿਆ, ਇੱਕ ਮਿੰਟ ਜੀ, ਇੱਕ ਮਿੰਟ। ਇੱਕ ਟਰੱਕ ਸਰੂਪ ਦਾ ਮਿਲਿਆ ਜਮਨਾ ਚੋਂ, ਦਿੱਲੀ ਦੇ ਪ੍ਰਧਾਨ ਦੀ ਬੇਵਕੂਫੀ ਕਰਕੇ। ਜੀ ਗੁਰੂ ਗ੍ਰੰਥ ਸਾਹਿਬ ਦਾ ਭਰਿਆ ਹੋਇਆ। ਇੱਕ ਟਰੱਕ ਜਿਹੜਾ ਉਹ ਆਪਣਾ ਵੈਨਕੂਵਰ ਦੇ ਸੀ ਪੋਰਟ ਤੇ ਖਰਾਬ ਹੋਇਆ। ਬੱਸ ਖਰਾਬ ਹੋ ਗਈ ਉੱਥੋਂ ਦੇ ਪਾਣੀ ਨਾਲ, ਸਮੁੰਦਰ ਦੇ ਪਾਣੀ ਨਾਲ। ਉਹ ਬੱਸ 8 ਲੱਖ ਦੀ ਉੱਥੇ ਵੇਚ ਕੇ ਜਦੋਂ ਇੱਥੇ ਪੈਸੇ ਪਾਉਣ ਲੱਗੇ, ਬੱਸ ਦਾ ਇੱਥੇ ਰਿਕਾਰਡ ਹੈ ਨਹੀਂ ਕੋਈ। ਇੱਕ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਛਾਪੇ ਗਏ ਚਾਈਨਾ 'ਚ, ਉਹ ਦਿੱਤੇ ਗਏ, ਉਹ ਵੰਡੇ ਗਏ ਉੱਥੇ ਆਪਣਾ ਅਮਰੀਕਾ ਦੇ ਵਿੱਚ। ਉਹ ਕੁਕਰਮ ਤੁਹਾਡਾ ਸਾਹਮਣੇ ਆਉਣਾ ਅਜੇ। ਇੱਕ ਸਰੂਪ ਤੁਸੀਂ ਛਾਪ ਰਹੇ ਹੋ ਵੈਨਕੂਵਰ ਦੇ ਵਿੱਚ, ਤੇ 2 ਸੰਸਕਾਰ ਦਿੱਤੇ ਜਿਹੜੇ ਅਨਫਿਟ ਸੀਗੇ। ਉਹ ਕੁਕਰਮ ਤੁਹਾਡਾ ਸਾਹਮਣੇ ਆਉਣਾ। ਤੁਹਾਡੀ ਗੁਰੂ ਗ੍ਰੰਥ ਸਾਹਿਬ ਦੀ ਜਿਹੜੀ PDF ਫਾਈਲ ਆ, ਜਿਹੜੀ ਕੰਪਿਊਟਰ ਫਾਈਲ ਆ, ਉਹ ਤੁਸੀਂ ਆਪ ਉੱਥੇ ਦਿੱਤੀ, ਆਪ ਚੋਰੀ ਕਰਕੇ ਤੁਹਾਡੇ ਕਰਮਚਾਰੀਆਂ ਨੇ ਦਿੱਤੀ ਤੇ ਉੱਥੇ ਉਹ ਛਪਾਈ ਹੋਈ। ਤਾਂ ਤੁਸੀਂ ਕਦੋਂ ਇਹ ਸਾਨੂੰ ਨਿਰਣਾ ਦਿਓਗੇ? ਕਦੋਂ ਸੰਗਤ ਨੂੰ ਦੱਸੋਗੇ ਗੁਰੂ ਗ੍ਰੰਥ ਸਾਹਿਬ ਦੀ ਅੱਗੇ ਤੋਂ ਇਸ ਤਰ੍ਹਾਂ ਗਰੰਟੀ ਆ ਸਾਡੀ ਕਿ ਨਹੀਂ ਕੁਝ ਹੋਊਗਾ? ਤੁਸੀਂ ਆਪਣੇ ਆਕਾ ਨੂੰ ਬਚਾਉਣ ਲਈ ਕਮੇਟੀ ਨੂੰ ਕੁਰਬਾਨ ਨਾ ਕਰੋ, ਬੰਦੇ ਦੇ ਪੁੱਤ ਬਣੋ। ਇੱਕ ਹਰਪ੍ਰੀਤ ਸਿੰਘ ਤੇ ਇੱਕ ਲੌਂਗੋਵਾਲ ਤੇ ਇੱਕ ਜਿਹੜਾ ਸੈਕਟਰੀ, ਚੀਫ ਸੈਕਟਰੀ, ਇਹਨਾਂ ਦੀ ਜ਼ਿੰਮੇਵਾਰੀ ਬਣਦੀ ਆ ਕਿ ਜਿਹੜੇ ਵੀ ਇਹਨਾਂ ਦੇ ਆਕਾ ਨੇ ਇਹਨਾਂ ਨੂੰ ਹੁਕਮ ਦਿੱਤਾ ਕਿ ਇੰਨੇ ਸਰੂਪ ਇਸ ਧਿਰ ਨੂੰ ਚੁਕਾ ਦਿੱਤੇ ਜਾਣ, ਉਹ ਸਰੂਪ ਉਹ ਬੰਦੇ ਦਾ ਨਾਂ ਲੈਣ ਤੇ ਜਿੱਥੇ ਸਰੂਪ ਗਏ ਉਹ ਜਗ੍ਹਾ ਦੱਸਣ। ਇਹ ਇਹਨਾਂ ਲਈ ਬੜਾ ਜ਼ਰੂਰੀ ਆ। ਸੰਗਤਾਂ ਦੇ ਹਿਰਦੇ ਇਸ ਗੱਲ ਤੋਂ ਬਿਨਾਂ ਸ਼ਾਂਤ ਨਹੀਂ ਹੋਣੇ। ਚਲੋ ਇੱਕ ਲਾਸਟ ਸਵਾਲ ਆ, ਇਹ ਜਿਹੜੇ ਗਿਆਨੀ ਹਰਪ੍ਰੀਤ ਸਿੰਘ ਜੀ ਜੋ ਐਕਟਿੰਗ ਜਥੇਦਾਰ, ਇਹਨਾਂ ਦੀ ਵਰਕਿੰਗ ਪਹਿਲੇ ਜਥੇਦਾਰ ਦੇ ਮੁਕਾਬਲੇ ਤੁਸੀਂ ਕਿਵੇਂ ਦੇਖਦੇ ਹੋ? ਪਹਿਲਾ ਹੋਵੇ ਜੀ, ਇਹ ਹੋਵੇ ਕੋਈ ਵਰਕਿੰਗ ਹੋਈ ਹੋਵੇ ਤੇ ਦੱਸੀਏ। ਤੁਸੀਂ ਬਾਦਲ ਦੇ ਬਣਾਏ ਹੋਏ ਜਿੰਨੇ ਜਥੇਦਾਰ ਨੇ ਕਮੀਜ਼ ਦੀ ਤਰ੍ਹਾਂ ਬਦਲੇ ਸਾਲ ਬਾਅਦ। ਕਿਸੇ ਦਾ ਕੋਈ ਕਾਰਜ ਆ ਜਿਹੜਾ ਕੌਮ ਦੀ ਚੜ੍ਹਦੀ ਕਲਾ ਲਈ ਕੋਈ ਕੀਤਾ ਹੋਵੇ ਤਾਂ ਸਾਨੂੰ ਦੱਸੋ, ਅਸੀਂ ਉਹਦਾ ਨਿਰਣਾ ਕਰੀਏ। ਇਹ ਤੇ ਹਰਪ੍ਰੀਤ ਸਿੰਘ ਇੱਕ ਦਿਨ ਕਹਿ ਰਿਹਾ ਸੀ ਇਹ ਝੂਠ ਬੋਲਦੇ ਨੇ, ਇਹ ਕਿਰਦਾਰ ਕੁਸ਼ੀ ਕਰ ਰਹੇ ਨੇ ਸੰਸਥਾਵਾਂ ਦੀ, ਕੋਈ ਸਰੂਪ ਗਾਇਬ ਨਹੀਂ ਹੋਇਆ। ਤੋ ਉਹੀ ਹਰਪ੍ਰੀਤ ਸਿੰਘ ਜਿਹੜਾ ਉਹ ਕਹਿ ਰਿਹਾ ਕਿ ਮੈਂ ਇਹਨਾਂ ਨੂੰ ਸਜ਼ਾਵਾਂ ਦੇਵਾਂਗਾ, ਨਹੀਂ ਤੇ ਮੈਂ ਆਪ ਰਿਜ਼ਾਈਨ ਕਰਾਂਗਾ। ਹੁਣ ਅਸੀਂ ਦੇਖਾਂਗੇ ਇਹਦਾ ਕਿਰਦਾਰ ਕੀ ਹੈ। ਨਹੀਂ, ਹੁਣ ਉਹ ਜਿਹੜੀ ਇਨਕੁਆਇਰੀ ਰਿਪੋਰਟ ਆ ਜਿਹੜੀ ਉਹ ਇਹਨਾਂ ਨੇ ਅਕਾਲ ਤਖਤ ਵੱਲੋਂ ਹੋਈ ਸੀ, ਉਹਦਾ ਫਿਰ ਕੀ ਬਣੇਗਾ? ਜੋ ਉਹਦੀਆਂ ਫਾਈਂਡਿੰਗਸ ਹੈਗੀਆਂ ਉਹ ਖਤਮ ਹੋ ਜਾਣਗੀਆਂ? ਸਰਦਾਰ ਸਾਹਿਬ, ਪਹਿਲੀ ਗੱਲ ਤੇ ਕਿ ਅਕਾਲ ਤਖਤ ਗੁਰੂ ਵੱਲੋਂ ਬਣਾਈ ਹੋਈ ਪ੍ਰਤੀਕ ਹੈ ਸੱਚੀ ਪਾਤਸ਼ਾਹੀ ਦਾ, ਸਾਡੀ ਧਰੋਹਰ ਆ ਧਰਮ ਦੀ। ਜੇ ਉੱਥੇ ਉਹਦੇ ਹੁਕਮ ਨਾਲ ਇਹ ਇਨਵੈਸਟੀਗੇਸ਼ਨ ਹੋਈ ਆ ਤੇ ਜਿਹੜੀ ਰਿਪੋਰਟ ਉਹਦੇ ਕੋਲ ਆਈ ਉਹਨੂੰ ਜਨਤਕ ਕਰੇ।
ਹਾਂਜੀ ਹਾਂਜੀ ਕਿਉਂ ਨਹੀਂ ਕਰਦਾ? ਹਾਂਜੀ ਹਾਂਜੀ ਉਹ ਲਿਜਾ ਕੇ ਉਹ ਫਿਰ ਦੋਸ਼ੀਆਂ ਨੂੰ ਦੇਤੀ। ਹੂੰ ਜਿਹੜੇ ਦੋਸ਼ੀ ਗੁਰੂ ਗ੍ਰੰਥ ਸਾਹਿਬ ਦੇ ਮਾਮਲੇ ਤੇ ਇੱਕ ਇੱਕ ਬੰਦਾ ਘਿਰਿਆ ਪਿਆ ਦੋਸ਼ੀ, ਉਹਨਾਂ ਨੂੰ ਫਿਰ ਰਿਪੋਰਟ ਸੌਂਪਤੀ। ਹਾਂਜੀ ਤੋ ਹਾਂਜੀ ਅੱਜ ਇੰਨੇ ਕੱਢ ਦਿੱਤੇ, ਕੱਲ ਨੂੰ ਇੰਨੇ ਕੱਢ ਦਿੱਤੇ। ਇਹ ਤਮਾਸ਼ਾ ਕੋਈ? ਜਿੰਨੇ ਹਾਂਜੀ ਵੀ ਵਿਅਕਤੀਆਂ ਤੇ ਇਹਨਾਂ ਨੇ ਉਂਗਲ ਰੱਖੀ ਆ, ਕਿਸੇ ਕੋਲੋਂ ਕੁਝ ਬਰਾਮਦ ਹੋਇਆ? ਉਹ ਸਾਰੇ ਫਸੇ ਪਏ ਨੇ, ਕਿਉਂਕਿ ਉਹਨਾਂ ਦੀ ਜ਼ਿੰਦਗੀ ਦੀ ਕਮਾਈ ਇਹਨਾਂ ਦੇ ਕੋਲ ਪਈ ਆ। ਉਹ ਡਰਦੇ ਪਏ ਨੇ ਸਾਡੀ ਕਮਾਈ ਖਾ ਲੈਣਗੇ ਸਾਰੀ, ਦੇਣਗੇ ਨਹੀਂ। ਉਹਦੇ ਕਰਕੇ ਉਹ ਖਾਮੋਸ਼ ਨੇ, ਨਹੀਂ ਤੇ ਉਹ ਅੱਜ ਦੱਸਣਗੇ। ਜੇ ਉਹ ਨਿਊਟਰਲ ਹੋ ਜਾਣ ਤੇ ਅੱਜ ਦੱਸਣਗੇ ਵੀ ਇਹ ਅਸਲੀ ਦੋਸ਼ ਕਿਹਦੇ ਹੁਕਮ ਨਾਲ ਸੈਕਟਰੀ ਸਾਹਿਬ ਨੇ ਸਾਨੂੰ ਹੁਕਮ ਦਿੱਤਾ ਤੇ ਅਸੀਂ ਇਹ ਸਰੂਪ ਜਿਹੜੇ ਆ ਚੁਕਵਾਏ। ਇੱਕ ਲਾਸਟ ਸਵਾਲ, ਜਿਵੇਂ ਪਾਰਲੀਮੈਂਟ ਵਿੱਚ ਇਸ ਵੇਲੇ ਬੀਜੇਪੀ ਆ, ਕਾਂਗਰਸ ਓਪੋਜੀਸ਼ਨ ਵਿੱਚ ਆ। ਪਹਿਲਾਂ ਕਾਂਗਰਸ ਸੀ, ਬਾਕੀ ਪਾਰਟੀਆਂ ਓਪੋਜੀਸ਼ਨ 'ਚ ਸੀ। ਤੁਸੀਂ ਇਹ ਨਹੀਂ ਸੋਚਦੇ ਵੀ SGPC ਵਿੱਚ ਜੇ ਸਟਰੋਂਗ ਓਪੋਜੀਸ਼ਨ ਹੋਏਗੀ, ਉਹ ਸਿੱਖ ਪੰਥ ਦੇ ਹਿੱਤ ਵਿੱਚ ਹੈਗੀ ਆ? ਇਹਦੇ ਬਾਰੇ ਕੀ ਵਿਚਾਰ ਆ ਪ੍ਰਬੰਧਕ ਕਮੇਟੀ 'ਚ? ਹਾਂਜੀ ਹਾਂਜੀ ਉਹ ਤੇ ਅਸੀਂ ਕਰ ਰਹੇ ਹਾਂ ਜੀ, ਬੜੀ ਸਟਰੋਂਗ ਆਪੋਜੀਸ਼ਨ ਕੀਤੀ, ਤਾਂ ਹੀ ਇਹਨੇ ਹਿੱਲੇ ਆ, ਤਾਂ ਹੀ ਇਹਨਾਂ ਦਾ ਇਹ ਸਾਰਾ ਹੀਜ ਪਿਆਜ ਬਾਹਰ ਆਇਆ। ਨਹੀਂ ਤੇ ਇਹ ਤੇ ਬੋਲਦੇ ਨਹੀਂ ਸੀ। ਇਹਨਾਂ ਨੇ ਜਵਾਬ ਕਿੱਥੇ ਦਿੱਤਾ ਅਜੇ ਤੱਕ? ਅੱਛਾ 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 ਹਾਂਜੀ ਸਾਡੇ ਸਰਾਜ ਸਾਹਿਬ, ਸਾਡਾ ਦੁਖਾਂਤ ਆ ਕਿ ਅਸੀਂ ਸੈਂਟਰ ਤੇ ਡਿਪੈਂਡੈਂਟ ਆ। ਸੈਂਟਰ ਨੇ ਸਾਡੀ ਮੱਤ ਨੂੰ, ਸਾਡੇ ਗੁਰੂ ਦੀ ਮੱਤ ਨੂੰ ਬਾਦਲ ਦੀ ਰਾਹੀਂ ਗੁਲਾਮ ਕੀਤਾ ਹੋਇਆ। ਇਹ ਲੋਕ ਸਭਾ ਦੀ ਤਰ੍ਹਾਂ ਜਾਂ ਵਿਧਾਨ ਸਭਾ ਦੀ ਤਰ੍ਹਾਂ ਇਲੈਕਸ਼ਨ ਟਾਈਮ ਤੇ ਕਿਉਂ ਨਹੀਂ ਹੁੰਦੇ? ਸਾਡੇ ਸਿੱਖ ਨੌਜਵਾਨਾਂ ਨੂੰ ਕਿਉਂ ਨਹੀਂ ਮੌਕਾ ਮਿਲਦਾ ਕਿ ਉਹ ਆਪਣੀ ਰਾਜਨੀਤੀ ਕਰਨ ਲਈ ਜਾਂ ਧਰਮ ਦੀ ਸੇਵਾ ਕਰਨ ਲਈ ਆਪਣੇ ਆਪ ਨੂੰ ਤਿਆਰ ਕਰਨ ਤੇ ਸੰਗਤਾਂ ਦੀ ਸੇਵਾ ਕਰਨ? ਸੁਪਰੀਮ ਕੋਰਟ 'ਚ ਨਹੀਂ ਕਿਸੇ ਨੇ ਪਾਈ ਰਿਟ ਪਟੀਸ਼ਨ ਪਈ? ਸੁਪਰੀਮ ਕੋਰਟ ਦੇ ਵਿੱਚੋਂ ਜਿਹੜਾ ਲੈਣਾ ਆ ਫੈਸਲਾ ਲੈਣਾ ਆ, ਉਹ ਖਾਲਾ ਜੀ ਦਾ ਘਰ ਤੇ ਹੈ ਨਹੀਂ। ਹੋ ਸਕਦਾ ਅੱਜ ਮੈਂ ਪਾਵਾਂ ਤੇ ਗਾਂ ਮੇਰਾ ਬੱਚਾ ਆਪਣੇ ਬੁਢਾਪੇ 'ਚ ਵੀ ਉਹ ਫੈਸਲਾ ਨਾ ਸੁਣ ਸਕੇ। ਸਾਡੇ ਕੋਲ ਸਭ ਤੋਂ ਵੱਡੀ ਅਥਾਰਟੀ ਅਕਾਲ ਤਖਤ ਆ। ਅਕਾਲ ਤਖਤ ਆਜ਼ਾਦ ਹੋਵੇ ਤੇ 5 ਮਿੰਟਾਂ ਦੇ ਸਾਰੇ ਮਸਲੇ ਨੇ। ਚਲੋ, ਇਹ ਤੁਸੀਂ ਆਪਣੇ ਜਥੇਦਾਰ ਜੀ ਬਹੁਤ ਸੋਹਣੀਆਂ, ਸਪਸ਼ਟ ਤੇ ਸੁਥਰੀਆਂ ਗੱਲਾਂ ਦੱਸੀਆਂ ਸਿੱਖ ਪੰਥ ਦੇ ਹਿੱਤ ਦੀਆਂ, ਜਿਹੜੀਆਂ ਮੈਨੂੰ ਉਮੀਦ ਆ ਜਿਹੜੇ ਪੂਰਾ ਪੰਥ ਅੱਜ ਕੱਲ੍ਹ ਬਹੁਤ ਅਲਰਟ ਹੈ। ਸੋਸ਼ਲ ਮੀਡੀਆ ਦਾ ਜ਼ਮਾਨਾ ਹੈਗਾ। ਜੋ ਇਨਫੋਰਮੇਸ਼ਨ ਹੋ ਰਹੀ ਹੈ ਮਿੰਟ ਦੀ, ਉਹ ਜਿਹੜੀ ਹੈ ਲੋਕਾਂ ਤਾਈਂ ਪਹੁੰਚ ਰਹੀ ਹੈ। ਜੇ ਕੋਈ ਇਨਫੋਰਮੇਸ਼ਨ ਲੁਕਾਉਣੇ ਦੀ ਕੋਸ਼ਿਸ਼ ਕਰਦਾ ਜਾਂ ਗਲਤ ਸ਼ੇਅਰ ਕਰਦਾ ਹੈਗਾ, ਉਹ ਵੀ ਫੜਿਆ ਜਾਂਦਾ ਹੈਗਾ। ਇਸ ਤਰ੍ਹਾਂ ਹੀ ਆਪਣੇ ਐਫਰਟ ਜਾਰੀ ਰੱਖੋ। ਕਦੀ ਅਸੀਂ ਇਕੱਠੇ ਹੋਇਆ ਕਰਾਂਗੇ ਆਨਲਾਈਨ। ਬਹੁਤ ਬਹੁਤ ਮਿਹਰਬਾਨੀ, ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।